ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 374 ਤੇ ਹੇਠਲੀਆਂ ਦੋ ਲਾਈਨਾਂ ਨੇ। ਆਸਾ ਮਹਿਲਾ ਪੰਜਵਾਂ। ਰਾਗ ਦਾ ਨਾਂ ਹੈ ਆਸਾ। ਮਹਿਲਾ ਪੰਜਵਾਂ ਦਾ ਮਤਲਬ ਪੰਚਮ ਪਾਤਸ਼ਾਹ ਦੀ ਬਾਣੀ ਹੈ। ਇੱਕ ਤੁਕੇ ਚੌਪ ਦੇ, ਕੁਝ ਇੱਕ ਤੁਕੇ ਨੇ ਇੱਕ ਇੱਕ ਲਾਈਨ ਦੇ, ਕੁਝ ਚੌਪ ਦੇ ਨੇ ਚਾਰ ਚਾਰ ਪਦ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਇੱਕ ਘੜੀ ਦਿਨਸ ਮੋਹ ਕੋ ਬਹੁਤ ਦਿਹਾਰੇ। ਦਿਹਾਰੇ ਮਨੇ ਦਿਨ, ਦੇਹ ਦਿਨ ਨੂੰ ਕਹਿੰਦੇ ਨੇ। ਦੇਹ ਤੋਂ ਬਣੇ ਦਿਹਾਰੇ ਦਿਨ। ਇੱਕ ਘੜੀ ਦਿਨਸ, ਦਿਨ ਦੀ ਇੱਕ ਘੜੀ। ਮੋਹ ਕੋ ਬਹੁਤ ਦਿਹਾਰੇ, ਮੈਨੂੰ ਐਂ ਲੱਗ ਜਿਵੇਂ ਕਿੰਨੇ ਦਿਨ ਬੀਤ ਗਏ ਨੇ। ਪਰਮਾਤਮਾ ਤੋਂ ਵਿਛੜਿਆ ਇੱਕ ਘੜੀ ਜਿਹੜੀ ਮੈਨੂੰ ਐਂ ਲੱਗਦਾ ਕਈ ਦਿਨ ਬੀਤ ਗਏ। ਮਨ ਨਾ ਰਹੇ, ਹੁਣ ਮਨ ਨੂੰ ਧੀਰਜ ਨਹੀਂ ਆ ਰਿਹਾ। ਕੈਸੇ ਮਿਲੋਂ ਪਿਆਰੇ, ਮੈਂ ਆਪਣੇ ਪਿਆਰੇ ਪਰਮਾਤਮਾ ਪ੍ਰਭੂ ਪਤੀ ਨੂੰ ਕਿਵੇਂ ਮਿਲ ਸਕਦੀ ਹਾਂ। ਕਹਿੰਦੇ ਮੇਰੇ ਲਈ ਤਾਂ ਦਿਨ ਦੀ ਇੱਕ ਘੜੀ ਵੀ ਕਈ ਦਿਨਾਂ ਦੇ ਬਰਾਬਰ ਹੈ। ਕੁਦਰਤੀ ਗੱਲ ਹੈ। ਦੁੱਖ ਵਿੱਚ ਅਤੇ ਉਡੀਕ 'ਚ ਸਮਾਂ ਲੰਬਾ ਹੋ ਜਾਂਦਾ ਹੈ। ਸੁੱਖ 'ਚ ਸਮਾਂ ਬਹੁਤ ਛੇਤੀ ਬੀਤਦਾ ਹੈ। ਦੁੱਖ ਜਿਹੜਾ ਇੱਕ ਦਿਨ ਦਾ ਵੀ ਐਂ ਲੱਗਦਾ ਪਤਾ ਨਹੀਂ ਕਿੰਨੇ ਕੁ ਦਿਨਾਂ ਦਾ ਦੁੱਖ ਹੈ। ਜੇ 365 ਦਿਨਾਂ 'ਚ ਇੱਕ ਦਿਨ ਦੁੱਖ ਆ ਜਾਏ ਨਾ, 364 ਦਿਨ ਦਾ ਸੁੱਖ ਭੁੱਲ ਜਾਂਦਾ ਹੈ। ਉਹ ਇੱਕ ਦਿਨ ਦਾ ਦੁੱਖ ਹੀ ਕਾਫੀ ਦਿਨ ਯਾਦ ਰਹਿੰਦਾ। ਇਸ ਲਈ ਦੁੱਖ ਵਿੱਚ ਅਤੇ ਉਡੀਕ ਦੇ ਵਿੱਚ ਹਮੇਸ਼ਾ ਸਮਾਂ ਲੰਬਾ ਲੱਗਦਾ ਹੈ। ਇੱਕ ਪਲ ਦਿਨਸ ਮੋਹ ਕੋ ਕਬੂ ਨਾ ਬਿਹਾਵੇ। ਦਿਨ ਦਾ ਇੱਕ ਪਲ ਵੀ ਮੇਰਾ ਕਦੇ ਬੀਤਦਾ ਹੀ ਨਹੀਂ ਹੈ। ਇੱਕ ਪਲ ਵੀ ਕਦੇ ਬੀਤਣ 'ਚ ਨਹੀਂ ਆਉਂਦਾ। ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਹ ਕੋ ਪਿਰਹਿ ਮਿਲਾਵੇ। ਕਨੇਰੀ ਹੁੰਦਾ ਬਹੁਤ ਜ਼ਿਆਦਾ, ਪਿਰਹਿ ਹੁੰਦਾ ਪ੍ਰਭੂ ਪਤੀ। ਦਰਸ਼ਨ ਕੀ ਮਨ ਆਸ ਕਨੇਰੀ, ਮੇਰੇ ਮਨ 'ਚ ਪਰਮਾਤਮਾ ਦਰਸ਼ਨ ਦੀ ਇੱਛਾ ਬਹੁਤ ਜ਼ਿਆਦਾ ਹੈ। ਕੋਈ ਐਸਾ ਸੰਤ ਮੋਹ ਕੋ ਪਿਰਹਿ ਮਿਲਾਵੇ, ਕੋਈ ਇਹੋ ਜਿਹਾ ਸੰਤ ਹੋਵੇ ਜਿਹੜਾ ਮੈਨੂੰ ਪ੍ਰਭੂ ਪਤੀ ਨਾਲ ਮਿਲਾ ਦੇਵੇ। ਰਹਾਓ। ਚਾਰ ਪਹਿਰ ਚੌਂ ਜੁਗੇ ਸਮਾਨੇ। ਮੇਰੇ ਤੇ ਜਿਹੜੇ ਚਾਰ ਪਹਿਰ ਨੇ ਦਿਨ ਦੇ, ਉਹ ਚਾਰ ਯੁੱਗਾਂ ਦੇ ਬਰਾਬਰ ਬੀਤ। ਭਾਵ ਇੰਨਾ ਲੰਮਾ ਮੈਨੂੰ ਸਮਾਂ ਲੱਗਦਾ ਕਿ ਪ੍ਰਭੂ ਪਰਮਾਤਮਾ ਨੂੰ ਮਿਲਣਾ ਹੈ, ਪ੍ਰਭੂ ਪਤੀ ਨੂੰ ਮਿਲਣਾ ਹੈ। ਮੇਲ ਹੋ ਨਹੀਂ ਰਿਹਾ। ਮਿਲਣ ਦੇ ਅੰਦਰ ਤਮੰਨਾ ਬਹੁਤ ਜ਼ਿਆਦਾ ਹੋ ਗਈ ਹੈ। ਇਸ ਲਈ ਕਹਿੰਦੇ ਦਿਨ ਦੇ ਚਾਰ ਪਹਿਰ ਵੀ ਮੇਰੇ ਲਈ ਤਾਂ ਚਾਰ ਯੁੱਗਾਂ ਦੇ ਬਰਾਬਰ। ਰਹਿਣ ਭਈ ਤਬ ਅੰਤ ਨਾ ਜਾਣੇ। ਜਦੋਂ ਰਾਤ ਹੋ ਜਾਂਦੀ ਹੈ ਲੱਗਦਾ ਇਹਦਾ ਅੰਤ ਹੋਣਾ ਹੀ ਨਹੀਂ ਹੈ। ਰਾਤ ਮੁੱਕਣ 'ਚ ਹੀ ਨਹੀਂ ਆਉਂਦੀ। ਰਾਤ ਕਦੇ ਮੁੱਕਣ 'ਚ ਹੀ ਨਹੀਂ ਆਉਂਦੀ। ਹੁਣ ਪਰਮਾਤਮਾ ਤੋਂ ਵਿਛੋੜਾ ਕਿਉਂ ਪਿਆ? ਅਸੀਂ ਪਰਮਾਤਮਾ ਦੀ ਅੰਸ਼ ਹਾਂ। ਮਨ ਤੂੰ ਜੋਤ ਸਰੂਪ ਹੈ। ਅਸੀਂ ਪਰਮਾਤਮਾ ਦੀ ਅੰਸ਼ ਹਾਂ। ਪਰਮਾਤਮਾ ਨੇ ਸਾਨੂੰ ਪੈਦਾ ਕੀਤਾ। ਸਾਡਾ ਪਰਮਾਤਮਾ ਨਾਲੋਂ ਵਿਛੋੜਾ ਕਿਉਂ ਪੈ ਗਿਆ? ਉਹਦਾ ਕੀ ਕਾਰਨ ਦਿੱਤਾ? ਪੰਜ ਦੂਤ ਮਿਲ ਪਿਰੋਂ ਵਿਛੋੜੀ। ਪਿਰੋਂ ਆਹਤ ਟਿਪੀ, ਪਤੀ ਤੂੰ ਪ੍ਰਭੂ ਪਤੀ ਤੂੰ। ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜਾਂ ਦੂਤਾਂ ਨੇ ਰਲ ਕੇ ਨਾ ਮੈਨੂੰ ਪਰਮਾਤਮਾ ਤੋਂ ਵਿਛੋੜ ਦਿੱਤਾ ਹੈ। ਕਿਉਂਕਿ ਜੇ ਅੰਦਰ ਬੁਰਾਈ ਹੋਵੇ ਪਰਮਾਤਮਾ ਸਾਨੂੰ ਮਿਲ ਹੀ ਨਹੀਂ ਸਕਦਾ ਹੈ। ਉਹ ਬੁਰੇ ਬੰਦੇ ਨੂੰ ਪਸੰਦ ਹੀ ਨਹੀਂ ਕਰਦਾ। ਇਹ ਬੁਰਾਈਆਂ ਨੇ ਕਹਿੰਦੇ ਮੈਨੂੰ ਪਰਮਾਤਮਾ ਤੋਂ ਵਿਛੋੜ ਦਿੱਤਾ।
ਮੈਂ ਨਾ ਬੁਰਾਈਆਂ ਦੇ ਮਗਰ ਲੱਗ ਕੇ ਬੁਰੇ ਕੰਮ ਕਰਦੇ ਰੱਬ ਨੂੰ ਭੁਲਾ ਦਿੱਤਾ ਹੈ। ਇਸ ਲਈ ਕਹਿੰਦੇ ਮੈਨੂੰ ਪਰਮਾਤਮਾ ਤੋਂ ਵਿਛੋੜਨ ਵਾਲੀਆਂ ਇਹ 5 ਬੁਰਾਈਆਂ ਨੇ। ਕਿਸੇ ਨੂੰ ਕਾਮ ਵਿਛੋੜ ਦਿੰਦਾ ਹੈ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਲੋਭ, ਕਿਸੇ ਨੂੰ ਮੋਹ, ਕਿਸੇ ਨੂੰ ਹੰਕਾਰ। ਪਰਮਾਤਮਾ ਨੇ ਭਾਵੇਂ 5 ਚੀਜ਼ਾਂ ਬਣਾਈਆਂ, ਪਰ ਉਹ ਕਹਿੰਦਾ ਵੀ ਤੁਸੀਂ ਇਹਨਾਂ ਦੀ ਸਹੀ ਵਰਤੋਂ ਕਰਨੀ। ਹੁਣ ਕਾਮ ਬਣਾਇਆ ਹੈ, ਜੇ ਬਣਾਉਂਦੇ ਹੀ ਨਾ ਤੇ ਅੱਗੇ ਸੰਸਾਰ ਦੀ ਉਤਪਤੀ ਕਿਵੇਂ ਹੁੰਦੀ, ਸੰਸਾਰ 'ਚ ਵਾਧਾ ਕਿਵੇਂ ਹੁੰਦਾ। ਕ੍ਰੋਧ ਬਣਾਇਆ ਕਿ ਤੁਹਾਡੇ ਨਾਲ ਕੋਈ ਬੇਇਨਸਾਫੀ ਕਰ ਰਿਹਾ, ਤੁਹਾਨੂੰ ਕ੍ਰੋਧ ਹੀ ਨਹੀਂ ਆ ਰਿਹਾ, ਤੇ ਤੁਸੀਂ ਕੀ ਕਰੋਗੇ ਵੀ? ਕ੍ਰੋਧ ਆਵੇਗਾ ਤਾਂ ਹੀ ਉਹਦਾ ਮੁਕਾਬਲਾ ਕਰੋ ਨਾ। ਭੰਗਾਣੀ ਦਾ ਯੁੱਧ ਚੱਲ ਰਿਹਾ ਹੈ, 10ਵੇਂ ਪਾਤਸ਼ਾਹ ਆਰਾਮ ਨਾਲ ਬੈਠੇ ਯੁੱਧ ਵੇਖ ਰਹੇ ਨੇ, ਦੋਨੋਂ ਪਾਸੇ ਦੀ ਫੌਜਾਂ ਲੜ ਰਹੀਆਂ। ਦੁਸ਼ਮਣ ਨੇ ਇੱਕ ਤੀਰ ਛੱਡਿਆ, ਉਹ 10ਵੇਂ ਪਾਤਸ਼ਾਹ ਦੀ ਪੱਗ ਕੋਲੋਂ ਲੰਘ ਗਿਆ, ਬਚਾਅ ਹੋ ਗਿਆ। ਦੁਸ਼ਮਣ ਨੇ ਦੂਜਾ ਤੀਰ ਛੱਡਿਆ, ਉਹ ਜਿਹੜਾ ਕਮਰ ਕੱਸਾ ਸੀ ਉਹਦੇ ਵਿੱਚ ਆ ਕੇ ਵੱਜਿਆ, ਬਚਾਅ ਤਾਂ ਹੋ ਗਿਆ, ਕਮਰ ਕੱਸੇ ਵਿੱਚ। ਗੁਰੂ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਲੜ ਹੀ ਨਹੀਂ ਰਹੇ, ਫੌਜਾਂ ਲੜ ਰਹੀਆਂ ਨੇ, ਲੜੀ ਜਾਓ, ਮੈਂ ਤਾਂ ਤੁਹਾਡੇ ਨਾਲ ਲੜ ਹੀ ਨਹੀਂ ਰਿਹਾ, ਤੁਸੀਂ ਮੇਰੇ 'ਤੇ ਤੀਰ ਚਲਾ ਰਹੇ ਹੋ। ਬਸ ਫਿਰ 10ਵੇਂ ਪਾਤਸ਼ਾਹ ਹੋ ਗਏ ਤਿਆਰ। ਉਹ ਫਿਰ 5 ਤੀਰ ਇਕੱਠੇ ਚਲਾਉਂਦੇ ਸਨ। ਉਹ ਇੰਨੇ ਯੋਗ ਸਨ ਤੀਰ ਚਲਾਉਣ 'ਚ, ਜੇ ਸੱਜਾ ਥੱਕ ਜਾਂਦਾ ਖੱਬੇ ਨਾਲ ਚਲਾਉਣਾ ਸ਼ੁਰੂ ਕਰ ਦਿੰਦੇ। ਬਾਹਰ 5 ਤੀਰ ਜੇ ਇਕੱਠੇ ਰੱਖ, ਉਹਦੀ ਪਤਾ ਲੱਗਾ, ਭੱਜ ਪੁੱਜ ਗਏ। ਤਾਂ ਕਹਿ ਜਬ ਜਬ ਬਾਣ ਲੱਗੇ ਤਬ ਤਬ ਰੋਸ ਜਾਗੇ। ਹੁਣ ਜੇ ਗੁੱਸਾ ਹੀ ਨਾ ਚੜੇ ਤਾਂ ਫਿਰ ਕਿਵੇਂ ਗੱਲ ਬਣੇਗੀ, ਫਿਰ ਦੁਸ਼ਮਣ ਦਾ ਮੁਕਾਬਲਾ ਕਿਵੇਂ ਹੋ ਸਕੇਗਾ। ਪਰ ਇਹ ਨਹੀਂ ਹੈ ਕਿ ਗੁੱਸੇ 'ਚ ਆ ਕੇ ਇੱਕ ਨਿਰਦੋਸ਼ ਨੂੰ ਕੁੱਟ ਮਾਰ ਦੇਣਾ। ਇਹਨਾਂ 5 ਦੀ ਸਹੀ ਵਰਤੋਂ ਕਰਨੀ, ਲੋੜ ਇਹਨਾਂ 5 ਦੀ ਹੈਗੀ, ਇਹਨਾਂ ਦੀ ਸਹੀ ਵਰਤੋਂ ਕਰਨੀ। ਇਹਨਾਂ ਦੀ ਗਲਤ ਵਰਤੋਂ ਨੇ ਕਹਿੰਦੇ ਮੈਨੂੰ ਪਰਮਾਤਮਾ ਤੋਂ ਵਿਛੋੜ ਦਿੱਤਾ ਹੈ। ਕਾਰਨ ਵੀ ਦੱਸੇ, ਕਿਤੇ ਬੰਦਾ ਇਹਨੇ ਕਿ ਅਸੀਂ ਵਿਛੜ ਕਿਵੇਂ ਗਏ ਵੀ, ਸਾਡੀਆਂ ਬੁਰਾਈਆਂ ਨੇ ਸਾਨੂੰ ਪਰਮਾਤਮਾ ਤੋਂ ਵਿਛੋੜ ਦਿੱਤਾ ਹੈ। ਪਹਿਲਾਂ ਬੁਰਾਈਆਂ ਛੱਡਾਂਗੇ, ਬੁਰਾਈਆਂ ਦੀ ਅੰਦਰ ਜਿਹੜੀ ਮੈਲ ਲੱਗ ਗਈ ਹੈ, ਇੰਨੇ ਸਾਲਾਂ ਵਿੱਚ ਉਹ ਮੈਲ ਨਹੀਂ ਸਾਨੂੰ ਮਿਲਣ ਦਿੰਦੀ ਪਰਮਾਤਮਾ ਨਾਲ। ਬਾਣੀ ਪੜ੍ਹ ਕੇ ਤੇ ਨਾਮ ਜਪ ਕੇ ਅਸੀਂ ਉਸ ਮੈਲ ਨੂੰ ਸਾਫ਼ ਕਰਾਂਗੇ। ਜਦੋਂ ਮਨ ਸ਼ੀਸ਼ੇ ਵਾਂਗ ਸਾਫ਼ ਹੋ ਜਾਏਗਾ, ਪਰਮਾਤਮਾ ਆਪਣੇ ਆਪ ਹੀ ਪ੍ਰਗਟ ਹੋ ਜਾਏਗਾ, ਬਸ ਉਹਦੇ ਨਾਲ ਮੇਲ ਹੋ ਜਾਏਗਾ। ਕਾਰਨ ਵੀ ਦੱਸਿਆ ਗੁਰਬਾਣੀ 'ਚ, ਹੱਲ ਵੀ ਦੱਸਿਆ। ਕਾਰਨ ਹੈ ਸਾਡੀਆਂ ਬੁਰਾਈਆਂ, ਤੇ ਹੱਲ ਹੈ ਬੁਰਾਈਆਂ ਛੱਡ ਕੇ ਸਿਮਰਨ ਕਰਨਾ। ਬੁਰਾਈਆਂ ਸਮੇਤ ਸਿਮਰਨ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪਰਮਾਤਮਾ ਕਿਉਂ? ਜਿੰਨਾ ਅਸੀਂ ਸਿਮਰਨ ਕਰਕੇ ਮੈਲ ਲਾਹਾਂਗੇ, ਉਨੇ ਬੁਰੇ ਕੰਮ ਕਰਕੇ ਮੈਲ ਫਿਰ ਦੁਬਾਰਾ ਲਾ ਲਾਂਗੇ, ਫਿਰ ਮਨ ਤਾਂ ਕਦੇ ਸਾਫ਼ ਹੋਏਗਾ ਹੀ ਨਹੀਂ। ਮਨ ਤਾਂ ਸਾਫ਼ ਹੋਏਗਾ, ਅੱਗੇ ਤੋਂ ਕੋਈ ਬੁਰਾ ਕੰਮ ਨਹੀਂ ਕਰਨਾ। ਤੇ ਪਹਿਲਾ ਨਾਮ ਜਪ ਕੇ ਜਾਂ ਬਾਣੀ ਪੜ੍ਹ ਕੇ ਪਹਿਲੀ ਮੈਲ ਲਾ ਲੈਣੀ ਹੈ। ਬਸ ਜਦੋਂ ਮੈਲ ਲੱਗ ਗਈ, ਕਬੀਰ ਸਾਹਿਬ ਕਹਿੰਦੇ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਨੀਰ ਪਾਣੀ ਨੂੰ ਕਹਿੰਦੇ। ਜਦੋਂ ਮਨ ਗੰਗਾ ਦੇ ਪਾਣੀ ਵਾਂਗੂ ਸਾਫ਼ ਹੋ ਗਿਆ ਨਾ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਫਿਰ ਪਰਮਾਤਮਾ ਕਬੀਰ ਨੂੰ ਆਵਾਜ਼ਾਂ ਮਾਰੇਗਾ, ਮੈਂ ਆ ਰਿਹਾ ਭਾਈ, ਮੈਂ ਆ ਰਿਹਾ, ਠਹਿਰ ਜਾ। ਪਰਮਾਤਮਾ ਆਏਗਾ, ਤੁਸੀਂ ਤਾਂ ਜਿੱਥੇ ਹੋ ਉੱਥੇ ਹੀ ਹੋ, ਉਹਨੇ ਆਉਣਾ। ਅਸੀਂ ਨਹੀਂ ਉਹਦੇ ਤੱਕ ਜਾ ਸਕਦੇ, ਉਹ ਆਊਗਾ। ਅਸੀਂ ਇੱਕ ਕਦਮ ਚੱਲਣਾ ਹੈ। ਭਾਈ ਗੁਰਦਾਸ ਜੀ ਕਹਿੰਦੇ ਅਸੀਂ ਇੱਕ ਕਦਮ ਚੱਲਣਾ ਸਿੱਖ ਨੇ, ਗੁਰੂ ਕਰੋੜਾਂ ਕਦਮ ਚੱਲ ਕੇ ਆਉਂਦਾ ਹੈ। ਪਰਮਾਤਮਾ ਕਰੋੜਾਂ ਕਦਮ ਚੱਲ ਕੇ ਆਉਂਦਾ ਵੀ ਹਾਂ ਮੇਰਾ ਪਿਆਰਾ ਮੈਨੂੰ ਮਿਲਣ ਆ ਰਿਹਾ ਹੈ, ਉਹ ਰਾਹ 'ਚ ਹੀ ਮਿਲ ਪੈਂਦਾ। ਸੋ ਤਾਂ ਕਹਿੰਦੇ 5 ਦੂਤ ਮਿਲ ਪਿਰਹੋਂ ਵਿਛੋੜੀ, ਪਿਰਹੋਂ ਨੇ ਪਤੀ ਤੋਂ, ਪ੍ਰਭੂ ਪਤੀ ਤੋਂ। ਜਿਵੇਂ ਘਰੋਂ, ਘਰ ਤੋਂ, ਸਕੂਲੋਂ, ਸਕੂਲ ਤੋਂ, ਦਫ਼ਤਰੋਂ, ਦਫ਼ਤਰ ਤੋਂ,
ਇਸ ਤਰ੍ਹਾਂ ਜਦੋਂ ਤੂੰ ਦਾ ਭਾਵ ਹੋਵੇ ਫਿਰ ਹਾਹੇ ਤੇ ਟਿੱਪੀ ਲੱਗਿਆ ਕਰਦੇ। ਫਿਰ ਹੂੰ ਪਤੀ ਤੂੰ। ਪੰਜਾਂ ਦੂਤਾਂ ਨੇ ਮਿਲ ਕੇ ਕਹਿੰਦੇ ਮੈਨੂੰ ਆਪਣੇ ਪ੍ਰਭੂ ਪਤੀ ਤੋਂ ਵਿਛੋੜ ਦਿੱਤਾ ਹੈ। ਹੁਣ ਭਰਮ ਭਰਮ ਰੋਵੇ ਹਾਥ ਪਛੋੜੀ। ਹੁਣ ਬਜਾਏ ਭਟਕ ਰਹੀ ਹੈ ਜੀ, ਰੋ ਰਹੀ ਹੈ, ਹੱਥ ਮਲਦੀ ਹੈ। ਪਛਤਾਵੇ ਦੇ ਬੰਦਾ ਹੱਥ ਮਲਦਾ, ਹੱਥ ਮਲਦਾ ਮਤਲਬ ਪਛਤਾਵਾ ਕਰਨਾ। ਹੱਥ ਪਛੋੜੀ, ਹੱਥ ਮਲਦੀ ਹੈ ਵੀ ਉਹ ਜੇ ਮੈਂ ਮਾੜੇ ਕੰਮ ਨਾ ਕਰਦੀ, ਜੇ ਮੈਂ ਇਹਨਾਂ ਦੇ ਆਖੇ ਨਾ ਲੱਗਦੀ, ਮੇਰਾ ਕਿਉਂ ਵਿਛੋੜਾ ਹੁੰਦਾ। ਭੈੜੇ ਬੰਦੇ ਨੂੰ ਜਨਾਨੀ ਛੱਡ ਜਾਂਦੀ ਹੈ ਅਤੇ ਭੈੜੀ ਜਨਾਨੀ ਨੂੰ ਬੰਦਾ ਛੱਡ ਜਾਂਦਾ। ਕੁਝ ਕੁ ਸਮੇਂ ਲਈ ਤਾਂ ਅਗਲਾ ਕਹਿੰਦਾ ਸ਼ਾਇਦ ਸੁਧਾਰ ਹੋ ਜੇ, ਮੇਰੇ ਕੋਲ ਆ ਜਾਂਦੇ ਨੇ ਛੱਡ ਛਡਾਈ ਤੋਂ ਪਹਿਲਾਂ ਵੀ ਇਹ ਜੀ ਸੁਧਰ ਜੇ ਜੀ, ਇਹ ਪਾੜ ਦਿੰਦੇ ਵੀ ਚਲੋ ਜੇ ਸੁਧਰ ਗਿਆ ਠੀਕ ਹੈ, ਨਾ ਸੁਧਰੇ ਤਾਂ ਫਿਰ ਠੀਕ ਹੈ, ਫਿਰ ਸਤਿ ਸ੍ਰੀ ਅਕਾਲ। ਇੱਕ ਦੂਜੇ ਜੀ ਦੀ ਬੁਰਾਈ ਜਿੰਨਾ ਚਿਰ ਪਤਾ ਨਹੀਂ ਲੱਗਦਾ ਉਹਨਾਂ ਚਿਰ ਚਲੀ ਜਾਂਦਾ ਹੈ, ਚਲੀ ਜਾਂਦਾ, ਔਰ ਚੱਲ ਰਿਹਾ ਚਲੀ ਜਾਂਦਾ ਹੈ। ਪਰ ਜਦੋਂ ਪਤਾ ਲੱਗ ਗਿਆ ਫਿਰ ਉਸਨੂੰ ਸਹਿਣ ਕਰਨਾ ਮੁਸ਼ਕਿਲ ਹੁੰਦਾ, ਉਹਨੂੰ ਸਹਿਣ ਕਰਨਾ ਮੁਸ਼ਕਿਲ ਹੁੰਦਾ। ਅੱਜ ਨੇ ਮੇਰੇ ਕੋਲ ਬੀਬੀ, ਮੈਂ ਦੇਖੋ ਜੀ ਹੈਗਾ ਕਲਯੁੱਗ, ਕਲਯੁੱਗ ਦੇ ਵਿੱਚ ਨਾ ਬਹੁਤੀ ਥਾਵਾਂ 'ਤੇ ਕੀ ਹੁੰਦਾ, ਇੱਕ ਪਤੀ ਵੀ ਹੁੰਦਾ, ਇੱਕ ਪ੍ਰੇਮੀ ਵੀ ਹੁੰਦਾ, ਇੱਕ ਪਤਨੀ ਵੀ ਹੁੰਦੀ ਹੈ, ਇੱਕ ਪ੍ਰੇਮਿਕਾ ਵੀ ਹੁੰਦੀ ਹੈ। ਪਤਾ ਨਹੀਂ ਲੱਗਦਾ, ਬਸ ਇੰਨਾ ਹੀ ਹੈ। ਜਦੋਂ ਪਤਾ ਲੱਗਦਾ ਫਿਰ ਡੰਡਾ ਸੋਟਾ ਖੜਕਦਾ। ਬਹੁਤ ਥਾਵਾਂ 'ਤੇ ਐਂ ਹੀ ਹੁੰਦਾ। ਇਹ ਕਲਯੁੱਗ ਹੈ, ਇੱਕ ਨਾਲ ਨਹੀਂ ਬੰਦਾ ਜੁੜ ਕੇ ਰਹਿੰਦਾ। ਖੈਰ ਜਦੋਂ ਪਤਾ ਲੱਗਦਾ ਫਿਰ ਝਗੜਾ ਹੁੰਦਾ। ਪਰਮਾਤਮਾ ਨੂੰ ਪਤਾ ਹੈ, ਠੀਕ ਹੈ ਬਈ ਇਹ ਹੁਣ ਮਾੜੇ ਪਾਸੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਪਾਸੇ ਲੱਗ ਗਿਆ ਹੈ। ਰੱਬ ਉਹਨੂੰ ਘਰੋਂ ਕੱਢ ਦਿੰਦਾ, ਦੌੜ ਜਾ, ਮੈਂ ਨਹੀਂ ਤੈਨੂੰ ਰੱਖਦਾ। ਪਰ ਉਹ ਕਹਿੰਦਾ ਵੀ ਜੇ ਤੂੰ ਠੀਕ ਹੋ ਜਾਏਗੀ ਫਿਰ ਮੈਂ ਤੈਨੂੰ ਰੱਖ ਲੂੰ। ਇਹ ਵੀ ਇਹ ਨਾਲ ਹੁਣ ਤਾਂ ਪੱਕੇ ਤੌਰ 'ਤੇ ਤਲਾਕ ਦੇ ਦਿੰਦੇ ਨਾ। ਨਹੀਂ, ਰੱਬ ਕਹਿੰਦਾ ਕੋਈ ਗੱਲ ਨਹੀਂ, ਤੂੰ ਬੁਰਾਈਆਂ ਛੱਡ ਦੇ, ਮੇਰਾ ਨਾਮ ਜਪ, ਫਿਰ ਮੈਂ ਆਪੇ ਤੈਨੂੰ ਆਪਣੇ ਨਾਲ ਮਿਲਾ ਲਵਾਂਗਾ। ਇਸ ਲਈ ਦੁਬਾਰਾ ਮਿਲਣ ਦੀ ਸੰਭਾਵਨਾ ਹੈ। ਸੰਸਾਰ 'ਚ ਕਈ ਵਾਰੀ ਨਹੀਂ ਹੁੰਦਾ, ਤਲਾਕ ਹੋ ਗਿਆ, ਉਹ ਹੋਰ ਲੱਭ ਲੈਂਦਾ, ਉਹ ਹੋਰ ਲੱਭ ਲੈਂਦੇ। ਨਹੀਂ, ਇਸ ਲਈ ਪਰਮਾਤਮਾ ਕਹਿੰਦਾ ਠੀਕ ਹੈ, ਹੋ ਗਿਆ ਹੈ, ਇਸ ਤੁਹਾਡੀ ਮੇਰੀ ਟੁੱਟ ਫੁੱਟ ਹੋ ਗਈ, ਆਪਣੇ ਆਪ ਨੂੰ ਠੀਕ ਕਰ ਲਓ, ਮੇਰੇ ਘਰ ਵਾਪਸ ਆ ਜਾਓ, ਦਰਵਾਜ਼ੇ ਖੁੱਲ੍ਹੇ ਨੇ। ਜਨ ਨਾਨਕ ਕੋ ਹਰ ਦਰਸ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਗੁਰੂ ਮਾਇ ਕੇ ਜਨ ਹੁੰਦਾ ਪਰਮਾਤਮਾ ਦਾ ਸੇਵਕ, ਭਗਤ। ਪਰਮਾਤਮਾ ਆਪਣੇ ਭਗਤਾਂ ਨੂੰ ਦਰਸ਼ਨ ਦਿੰਦਾ ਹੈ। ਫਿਰ ਭਗਤ ਕੀ ਕਰਦੇ, ਆਤਮ ਚੀਨ, ਆਪਣੇ ਮਨ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਵੀ ਇਸ ਮਨ ਨੇ ਹੀ ਮੈਨੂੰ ਪਰਮਾਤਮਾ ਤੋਂ ਵਿਛੋੜਿਆ ਸੀ। ਹੁਣ ਇਹ ਮਨ ਦੀਆਂ ਸਾਰੀਆਂ ਚਾਲਾਂ ਨੂੰ ਭਗਤ ਸਮਝ ਜਾਂਦਾ ਹੈ। ਫਿਰ ਇਹਨੂੰ ਪਰਮ ਸੁਖ ਪਾਇਆ, ਸਭ ਤੋਂ ਉੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪਰਮ ਤੋਂ ਉੱਪਰ ਕੋਈ ਡਿਗਰੀ ਨਹੀਂ ਹੈ। ਆਸਾ ਪਹਿਲਾ ਪੰਜਵਾਂ, ਹਰ ਸੇਵਾ ਮੈਂ ਪਰਮ ਨਿਧਾਨ। ਨਿਧਾਨ ਹੁੰਦਾ ਖਜ਼ਾਨਾ, ਪਰਮ ਹੁੰਦਾ ਸਭ ਤੋਂ ਵੱਡਾ। ਹਰੀ ਦੀ ਸੇਵਾ। ਹੁਣ ਸਵਾਲ ਪੈਂਦਾ, ਗੁਰੂ ਹੋਵੇ ਉਹਦੀ ਸੇਵਾ ਤੇ ਕੀਤੀ ਜਾ ਸਕਦੀ ਹੈ, ਹਰੀ ਦੀ ਸੇਵਾ ਕੀ ਹੈ? ਹਰੀ ਦੀ ਸੇਵਾ ਮਤਲਬ ਹਰੀ ਦਾ ਨਾਮ ਜਪਣਾ, ਇਹ ਹਰੀ ਦੀ ਸੇਵਾ ਹੈ। ਹਰੀ ਦੇ ਸਿਮਰਨ ਵਿੱਚ ਪਰਮ ਨਿਧਾਨ ਸਭ ਤੋਂ ਵੱਡਾ ਖਜ਼ਾਨਾ ਹੈ। ਨਾਮ ਸਿਮਰਨ ਦੇ ਵਿੱਚ ਸਭ ਤੋਂ ਵੱਡਾ ਖਜ਼ਾਨਾ ਹੈ। ਹਰ ਸੇਵਾ ਮੁਖ ਅੰਮ੍ਰਿਤ ਨਾਮ। ਕਹਿੰਦੇ ਹਰੀ ਦੀ ਸੇਵਾ ਕਿਵੇਂ ਹੁੰਦੀ ਹੈ? ਮੁਖ ਦੇ ਨਾਲ ਇਹ ਅੰਮ੍ਰਿਤਮਈ ਨਾਮ ਜਪੀ ਜਾਣਾ, ਇਹ ਹਰੀ ਦੀ ਸੇਵਾ ਹੈ।
ਤੇ ਇਹ ਸਿਮਰਨ ਕਰਦਿਆਂ ਕਰਦਿਆਂ ਕਹਿੰਦੇ ਸੰਸਾਰ ਦਾ ਸਭ ਤੋਂ ਵੱਡਾ ਖਜ਼ਾਨਾ, ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਹਰ ਮੇਰਾ ਸਾਥੀ ਸੰਗ ਸਖਾਈ, ਹਰੀ ਮੇਰਾ ਸਾਥੀ ਹੈ, ਸੰਗੀ ਹੈ, ਸਖਾ ਮਿੱਤਰ ਨੂੰ ਕਹਿੰਦੇ ਮਿੱਤਰ ਹੈ। ਪਰਮਾਤਮਾ ਮੇਰਾ ਸਾਥੀ ਹੈ, ਮੇਰਾ ਸੰਗੀ ਹੈ, ਮੇਰਾ ਮਿੱਤਰ ਹੈ। ਦੁੱਖ ਸੁੱਖ ਸਿਮਰੀ, ਰਾਰਨ ਬਿਹਾਰੀ ਬਿੰਦੀ ਲਾ ਕੇ ਬੋਲ, ਸਿਮਰੀ ਸਿਮਰਦਾ ਹਾਂ ਮੈਂ, ਦੁੱਖ ਵਿੱਚ ਵੀ ਸੁੱਖ ਵਿੱਚ ਵੀ ਪਰਮਾਤਮਾ ਦਾ ਸਿਮਰਨ ਕਰਦਾ ਹਾਂ। ਇਹ ਨਹੀਂ ਕਿ ਦੁੱਖ ਛੱਡ ਗਿਆ ਵੀ ਹਾਂ ਤੂੰ ਮੈਨੂੰ ਦੁੱਖ ਕਿਉਂ ਦਿੱਤਾ ਹੈ। ਜਿਹੜਾ ਭਗਤ ਹੁੰਦਾ ਦੁੱਖ ਆਓ ਸੁੱਖ ਆਓ ਉਹਨੇ ਸਿਮਰਨ ਕਰਨਾ ਹੀ ਕਰਨਾ ਹੈ, ਉਹਨੂੰ ਆਪਣੀ ਡਿਊਟੀ ਸਮਝਦਾ ਹੈ। ਇਸ ਲਈ ਕਹਿੰਦੇ ਦੁੱਖ ਸੁੱਖ ਸਿਮਰੀ, ਦੁੱਖ ਖੱਖੇ ਨੂੰ ਸਿਹਾਰੀ ਲੱਗੇ, ਦੁੱਖ ਵਿੱਚ ਸੁੱਖ ਖੱਖੇ ਨੂੰ ਸੁੱਖ ਵਿੱਚ ਸਿਮਰੀ ਮੈਂ ਸਿਮਰਦਾ ਹਾਂ। ਤਹਿ ਮੌਜੂਦ, ਤਹਿ ਉੱਥੇ ਮੌਜੂਦ ਮੈਨੇ ਹਾਜ਼ਰ, ਮੌਜੂਦ ਫਾਰਸੀ ਦਾ ਸ਼ਬਦ ਹੈ ਹਾਜ਼ਰ। ਕਹਿੰਦਾ ਦੁੱਖ ਵਿੱਚ ਸੁੱਖ ਵਿੱਚ ਜਿੱਥੇ ਵੀ ਮੈਂ ਸਿਮਰਨ ਕਰਦਾ ਪਰਮਾਤਮਾ ਉੱਥੇ ਹੀ ਹਾਜ਼ਰ ਹੈ। ਜਮ ਬਪਰਾ ਮੋਕੋ ਕਹਾ ਡਰਾਈ, ਇਹ ਕਹਾ ਪੜ੍ਹਦੇ ਕਹਾ ਨਹੀਂ ਪੜ੍ਹਦੇ ਨਾ, ਕਹਾ ਮੈਨੇ ਕਿਵੇਂ, ਕਹਾ ਤਾਂ ਹੁੰਦਾ ਕਿੱਥੇ, ਕਹਾ ਮੈਨੇ ਕਿਵੇਂ। ਇਹ ਵਿਚਾਰਾ ਜਮਦੂਤ ਮੈਨੂੰ ਕਿਵੇਂ ਡਰਾ ਸਕਦਾ ਹੈ, ਜੇ ਰੱਬ ਨਾਲ ਹੈ ਮਰਨਾ ਜਮਦੂਤ ਨੇ ਆ ਕੇ। ਕਹਿੰਦਾ ਮੈਂ ਸਿਮਰਨ ਕਰਦਾ ਹਾਂ, ਰੱਬ ਮੇਰੇ ਨਾਲ ਹੈ, ਜਮਦੂਤ ਨੂੰ ਮੈਨੂੰ ਕੀ ਮੇਰਾ ਵਿਗਾੜ ਸਕਦਾ, ਮੈਨੂੰ ਕੀ ਡਰਾ ਸਕਦਾ, ਜੋ ਰੱਬ ਹੀ ਨਾਲ ਹੈ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਜਾ ਰਹੇ ਹੋ, ਮਤ ਸੋਚੋ ਤੁਸੀਂ ਇਕੱਲੇ ਹੋ, ਭਾਵੇਂ ਰਾਤ ਹੈ ਇਕੱਲੇ ਨਹੀਂ ਸਮਝਣਾ। ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਤੁਹਾਡੇ ਨਾਲ ਵਾਹਿਗੁਰੂ ਤੁਰਿਆ ਜਾ ਰਿਹਾ ਹੈ। ਜਿਹਦੇ ਨਾਲ ਵਾਹਿਗੁਰੂ ਤੁਰਿਆ ਜਾ ਰਿਹਾ ਉਹਦਾ ਕੀ ਕੋਈ ਵਿਗਾੜ ਸਕਦਾ ਜੀ। ਬਾਣੀ ਪੜ੍ਹ ਰਹੇ ਹੋ, ਕੋਈ ਵੀ ਮੂਲ ਮੰਤਰ ਹੀ ਮੰਨ ਲਓ ਤੁਸੀਂ ਜਾਪ ਕਰੀ ਜਾ ਰਹੇ ਹੋ, ਗੁਰੂ ਨਾਨਕ ਦੇ ਤੁਹਾਡੇ ਨਾਲ ਤੁਰੇ ਜਾ ਰਹੇ ਨੇ। ਹੁਣ ਜਿਹਦੇ ਨਾਲ ਗੁਰੂ ਨਾਨਕ ਤੁਰੇ ਜਾ ਰਹੇ ਨੇ, ਡਾਕੂ ਲਟੇਰਾ, ਉਹਦਾ ਕੀ ਵਿਗਾੜ ਲੇਗਾ। ਇਸ ਲਈ ਕਦੇ ਵੀ ਤੁਸੀਂ ਇਕੱਲੇ ਹੋ, ਡਰਨਾ ਨਹੀਂ ਹੈ, ਡਰਨਾ ਨਹੀਂ। ਕਈ ਲੋਕ ਇਕੱਲਿਆਂ ਦਾ ਜੀਅ ਨਹੀਂ ਲੱਗਦਾ, ਉਹਨੂੰ ਡਰ ਲੱਗਦਾ ਇਕੱਲੇ ਹੀ ਰਹਿ ਗਏ। ਘਰ 'ਚ ਸਾਰੇ ਜੀਅ ਕਿਤੇ ਚਲੇ ਗਏ, ਮੰਨ ਲਓ ਤੁਸੀਂ ਇਕੱਲੇ ਹੀ ਹੋ ਅਤੇ ਇਕੱਲੇ ਰਹਿਣ ਦੀ ਤੁਹਾਡੀ ਆਦਤ ਨਹੀਂ ਹੈ, ਅਤੇ ਹੋ ਸਕਦਾ ਤੁਹਾਨੂੰ ਡਰ ਮਹਿਸੂਸ ਹੈ ਮੈਂ ਇਕੱਲੀ ਹਾਂ ਜਾਂ ਇਕੱਲਾ ਹਾਂ। ਵਾਹਿਗੁਰੂ ਵਾਹਿਗੁਰੂ ਕਰੀ ਜਾਓ ਜਿੰਨਾ ਚਿਰ ਜਾਗਦੇ ਹੋ, ਚਾਹੇ ਲੇਟੇ ਹੋਏ ਆਪਣਾ ਵਾਹਿਗੁਰੂ 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 ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਕਰਦੇ ਸੌ ਜਾਓ ਬਸ। ਅਤੇ ਸੌਂ ਕੇ ਨਹੀਂ ਡਰ ਲੱਗਦਾ ਫਿਰ। ਇਸ ਲਈ ਡਰ ਬਹੁਤਾ ਮਨ ਦਾ ਹੁੰਦਾ। ਬੀਬੀਆਂ ਵੈਸੇ ਹੀ ਡਰਦੀਆਂ, ਭਾਈ ਬੀਬੀਆਂ ਤੋਂ ਡਰਦੇ ਨੇ ਬਈ ਕੋਈ ਪੰਗਾ ਨਾ ਖੜਾ ਹੋ ਜਾਏ। ਇਹਦਾ ਕੀ ਹੈ, ਇਹਨੇ ਤਾਂ ਕਈ ਦਿਨ ਹੈ ਮੈਨੂੰ ਅਵਾ ਤਵਾ ਬੋਲਦਾ ਸੀ, ਚੱਲ ਪੁਲਿਸ ਨੇ ਤੁਹਾਡੀ ਕੋਈ ਨਹੀਂ ਸੁਣਨੀ, ਫੜ ਕੇ ਲੈ ਜਾਣਾ ਤੁਹਾਨੂੰ। ਇਹ ਤਾਂ ਬੀਬੀਆਂ ਨੂੰ ਮੈਂ ਭੁਲੇਖਾ ਸਾਨੂੰ, ਬੀਬੀਆਂ ਤਾਂ ਡਰਦੇ ਨੇ ਹੁਣ ਭਾਈ ਸਾਰੇ। ਕੋਈ ਵੀ ਦੋਸ਼ ਲਾ ਦੇ ਬੰਦੇ ਦੀ ਗੱਲ ਹੀ ਨਹੀਂ ਸੁਣਨੀ। ਪੁਲਿਸ ਵਾਲੇ ਤਾਂ ਚਾਹੀਦਾ ਵੀ ਆ ਜਾ ਵੀ ਸੱਜਾ, ਚੱਲ ਉਹ ਵੀ ਕੋਈ ਦੇ ਕੇ ਜਾਊਗਾ ਤੇ ਤੂੰ ਵੀ ਦੇ ਕੇ ਛੁੱਟੇਗਾ। ਉਹ ਤਾਂ ਭਾਲਦੇ ਰਹੇ ਕੋਈ ਗਾਹਕ ਆਵੇ। ਇਸ ਲਈ ਇਹਨਾਂ ਤੋਂ ਦੂਰੋਂ ਹੀ ਲੰਘ ਜਾਣਾ, ਨੇੜਿਓਂ ਨਹੀਂ ਲੰਘਣਾ ਹੈਗਾ, ਦੂਰੋਂ ਹੋ ਕੇ ਲੰਘਣਾ। ਵੀ ਤੱਤੀ ਹਵਾ ਆ ਰਹੀ ਹੈ, ਜੇ ਚੰਗੇ ਰਹਿਣ ਅਤੇ ਜੇ ਅੜਿੱਕੇ 'ਚ ਆਉਣਾ ਫਿਰ ਠੀਕ ਹੈ। ਵੱਡੇ ਵੱਡੇ ਅੜਿੱਕੇ 'ਚ ਅਸੀਂ ਤੁਸੀਂ ਕਿਤੇ ਵਿਚਾਰੇ ਹਾਂ। ਇਹ ਜੇ ਆਪਣੀ ਆਈ ਤੇ ਆ ਜਾਏ ਨਾ, ਵੱਡਿਆਂ ਵੱਡਿਆਂ ਨੂੰ ਜੇਲ੍ਹ ਕਰਾ ਦਿੰਦੇ, ਤੁਸੀਂ ਨਹੀਂ ਕਰਾ ਸਕਦੇ, ਵੱਡੇ ਵੱਡੇ ਜੇਲ੍ਹ ਇਹ ਕਰਾ ਸਕਦੇ। ਇਹ ਇੰਨੀ ਤਾਕਤ ਹੈ ਔਰਤ 'ਚ। ਇਸ ਲਈ ਛੇੜੇ ਛੂੜੇ ਨਾ ਕਦੇ ਜ਼ਿੰਦਗੀ 'ਚ ਪੰਗਾ ਨਾ ਕੋਈ ਲੈ ਬੈਠੇ। ਸਿੱਧੀ ਵੱਡੇ ਵੱਡੇ ਬਾਬੇ ਅੰਦਰ ਕਰਾ ਦੇਣਾ, ਜਨਾਨੀ ਨੇ ਛੱਡਦੀਆਂ ਨੇ ਜੇ ਆਪਣੀ ਆਈ ਤੇ ਆ ਜਾਣਾ। ਇਸ ਲਈ ਇਹ ਰੱਬ ਹੀ ਬਚਾ ਕੇ ਰੱਖੇ ਤੁਹਾਨੂੰ ਇਹਨਾਂ ਤੋਂ। ਹਾਂਜੀ, ਕਿਆ ਰੱਖਣਾ ਤੇ
ਇਹਨਾਂ ਨੂੰ ਕਿਸੇ ਨੇ ਨਹੀਂ ਕੁਛ ਕਹਿਣਾ, ਪੁਲਿਸ ਵਾਲੇ ਨੇ। ਪੁਲਿਸ ਵਾਲੇ ਤੁਹਾਨੂੰ ਕਹਿਣਾ। ਜੇ ਕੁੜੀਆਂ ਕੀ ਕਰਦੀਆਂ ਸੀ, ਕੁੜੀ ਨੇ ਕਿਸੇ ਮੁੰਡੇ ਨੂੰ ਕੁਛ ਕਹਿ ਦੇਣਾ, ਅੱਗੋਂ ਮੁੰਡੇ ਨੇ ਕਹਿ ਦੇਣਾ ਕੁਛ, ਭੱਜਿਆ ਹੋਣਾ ਕੁੜੀ ਨੇ। ਸਾਡੇ ਮੈਨੂੰ ਐਂ ਕਹਿੰਦਾ ਜੀ ਟੀਚਰ ਨੇ, ਆ ਨਹੀਂ ਵੇਖਣਾ, ਤਾਂ ਨਹੀਂ ਵੇਖਣਾ, 2 ਥੱਪੜ ਲਾ ਦੇ ਮੁੰਡੇ ਦੇ। ਇੱਕ ਦਿਨ ਮੈਂ ਇਕੱਲਾ ਬੈਠਾ, ਇੱਕ ਲੜਕੀ ਆ ਗਈ +2 ਦੀ। ਕਹਿੰਦੇ ਸਰ ਜੀ ਤੁਸੀਂ ਮੁੰਡਿਆਂ ਨੂੰ ਐਵੇਂ ਕੁੱਟ ਦਿੰਦੇ ਹੋ, ਇਹ ਕੁੜੀਆਂ ਸ਼ਰਾਰਤੀ ਨੇ, ਇਹ ਪਹਿਲਾਂ ਮੁੰਡਿਆਂ ਨੂੰ ਕਹਿੰਦੀਆਂ ਨੇ ਕੁਛ, ਫਿਰ ਅਗਲਾ ਬੋਲ ਦਿੰਦਾ ਹੈ, ਇਹ ਭੱਜੀਆਂ ਆਉਂਦੀਆਂ ਨੇ ਤੁਹਾਡੇ ਕੋਲ ਸ਼ਿਕਾਇਤ ਲਾਉਣ ਲਈ, ਤੁਸੀਂ ਇਹਨਾਂ ਦੇ ਮੰਨ ਲੈਂਦੇ ਹੋ ਅਤੇ ਮੁੰਡੇ ਨੂੰ ਸਜ਼ਾ ਦੇ ਦਿੰਦੇ ਹੋ। ਉਸ ਦਿਨ ਤੋਂ ਬਾਅਦ ਮੈਂ ਸਾਰੇ ਟੀਚਰ ਦੇ ਨੋਟਿਸ ਲਿਆ ਤਾ। ਅਸੀਂ ਹਰ ਸਾਲ ਇੱਕ ਕੁੜੀ ਸਕੂਲੋਂ ਕੱਢ ਦਿਆ ਕਰਦੇ ਸੀ। ਜਦੋਂ ਅਸੀਂ ਇਨਕੁਆਇਰੀ ਕਰਨੀ ਸ਼ੁਰੂ ਕੀਤੀ ਨਾ ਕਸੂਰ ਕਿਹਦਾ, ਹਰ ਕੰਮ ਮੁੰਡਾ ਕੋਈ ਨਹੀਂ ਕੱਢਣਾ ਪਿਆ, ਹਰ ਸਾਲ 1 ਜਾਂ 2 ਕੁੜੀਆਂ ਸਕੂਲੋਂ ਕੱਢ ਦਿਆ ਕਰਦੇ। ਪੇਰੈਂਟਸ ਨੂੰ ਸੱਦਣਾ ਵੀ ਜੇ ਅਸੀਂ ਨਾਮ ਕੱਟਿਆ ਫਿਰ ਸਾਨੂੰ ਨਾਲ ਲਿਖਣਾ ਪੈਣਾ, ਇਹਦਾ ਕੱਖ ਨਹੀਂ ਰਹਿਣਾ, ਚੰਗਾ ਇਹੀ ਹੈ ਤੁਸੀਂ ਇਹਨੂੰ ਹਟਾ ਲਓ ਬਸ। ਸਾਡੇ ਕੋਲ ਮੈਂ ਐਸੀ ਕਲਮ ਹੈ, ਅਸੀਂ ਇੱਕ ਬੈਡ ਕਰੈਕਟਰ ਲਿਖ ਕੇ ਕੱਟਦਾ ਤਾਂ ਨਾ, ਇਹਨੂੰ ਕਿਤੇ ਸਾਰੀ ਉਮਰ ਕਿਤੇ ਨੌਕਰੀ ਨਹੀਂ ਮਿਲਣੀ, ਕਿਸੇ ਪਾਸੇ ਜੋਗੀ ਨਹੀਂ ਰਹਿਣੀ, ਇਸ ਲਈ ਬੈਟਰ ਹੈ ਇਹਨੂੰ ਹਟਾ ਲਓ, ਤੁਹਾਡੀ ਬਦਨਾਮੀ ਕਰਾਏਗੀ। ਸੋ ਇਸ ਲਈ ਤਾਂ ਮੈਂ ਤੁਹਾਨੂੰ ਕਿਹਾ ਇਹ ਇਹਨਾਂ ਦੀ ਸੁਣੀ ਜਾਂਦੀ ਹੈ, ਤੁਹਾਡੀ ਨਹੀਂ ਕਿਸੇ ਸੁਣਨੀ। ਇਹ ਤਾਂ ਹੱਥ ਜੋੜ ਕੇ ਕੋਲ ਲੱਗ ਜਾਏਗਾ, ਸਤਿ ਸ੍ਰੀ ਅਕਾਲ ਮਹਾਰਾਜ ਜੀ। ਸੋ ਗੁਰੂ ਮਹਾਰਾਜ ਕਹਿੰਦੇ ਦੁੱਖ ਸੁਖ ਸਿਮਰੀ ਤਹਿ ਮੌਜੂਦ, ਜਿੱਥੇ ਦੁੱਖ ਵਿੱਚ ਸੁੱਖ ਵਿੱਚ ਮੈਂ ਪਰਮਾਤਮਾ ਦਾ ਸਿਮਰਨ ਕਰਦਾ, ਪਰਮਾਤਮਾ ਉੱਥੇ ਹੀ ਹਾਜ਼ਰ ਹੁੰਦਾ ਹੈ। ਜਮ ਬਪਰਾ ਮੋਕੋ ਕਹਾ ਡਰਾਈ, ਇਹ ਜਮ ਵਿਚਾਰ, ਬਪਰਾ ਮੈਨੇ ਵਿਚਾਰਾ, ਵਿਚਾਰਾ ਜਮ ਮੈਨੂੰ ਕਿਵੇਂ ਡਰਾ ਸਕਦਾ ਹੈ, ਕਿ ਰੱਬ ਨਾਲ ਹੈ। ਸਾਨੂੰ ਨਹੀਂ ਰੱਬ ਦਿਸ ਰਿਹਾ, ਨਾ ਸਾਨੂੰ ਜਮ ਦਿਸ ਰਿਹਾ ਹੈ, ਕਿ ਦੋਨੋਂ ਸੂਖਸ਼ਮ 'ਚ ਆਉਂਦੇ ਨੇ, ਪਰ ਮਰਨ ਵਾਲੇ ਨੂੰ ਜਮ ਦਿਸ ਰਹਿੰਦਾ, ਬਾਕੀ ਕਿਸੇ ਨੂੰ ਨਹੀਂ ਦਿਸਦਾ। ਜਦੋਂ ਕੋਈ ਬੰਦਾ ਮਰਨ ਲੱਗਦਾ ਹੈ, ਜੇ ਉਹਨੂੰ ਜਮਦੂਤ ਲੈਣ ਆਉਂਦੇ ਨੇ, ਮਰਨ ਵਾਲੇ ਨੂੰ ਜਮਦੂਤ ਦਿਸ ਰਹਿੰਦੇ ਨੇ, ਆ ਗਏ ਦੋ, ਆਲੇ ਦੁਆਲੇ ਜਿਹੜੇ ਬੰਦੇ ਖੜੇ ਉਹਨੂੰ ਕਿਸੇ ਨੂੰ ਨਹੀਂ ਦਿਸ ਰਹਿੰਦਾ, ਉਹਨੂੰ ਦਿਸਦੀ ਦਿਵ ਦ੍ਰਿਸ਼ਟੀ ਕੋਲ, ਬਾਕੀ ਕਿਸੇ ਨੂੰ ਨਹੀਂ ਦਿਸਦਾ। ਕਿਉਂਕਿ ਪਰਮਾਤਮਾ ਸਾਨੂੰ ਦਿਸਦਾ ਨਹੀਂ, ਇਸ ਲਈ ਸਾਨੂੰ ਵਿਸ਼ਵਾਸ ਨਹੀਂ ਆਉਂਦਾ। ਜੇ ਸਿੱਖ ਗੁਰੂ ਦੀ ਗੱਲ 'ਤੇ ਵਿਸ਼ਵਾਸ ਹੀ ਨਹੀਂ ਕਰਦਾ, ਸਿੱਖ ਕਾਹਦਾ ਬਈ? ਤੁਸੀਂ ਆਪ ਹੀ ਸੋਚੋ। ਜੇ ਸਿੱਖ ਗੁਰੂ ਦੀ ਗੱਲ 'ਤੇ ਵਿਸ਼ਵਾਸ ਹੀ ਨਹੀਂ ਕਰਦਾ, ਫਿਰ ਉਹ ਸਿੱਖ ਕਾਹਦਾ? ਅਤੇ ਗੁਰੂ ਮਹਾਰਾਜ ਕਹਿ ਰਹੇ ਨੇ ਬਈ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ, ਮੈਂ ਜਿੱਥੇ ਵੀ ਪਰਮਾਤਮਾ ਦਾ ਸਿਮਰਨ ਕਰਦਾ, ਪਰਮਾਤਮਾ ਉੱਥੇ ਹੀ ਹਾਜ਼ਰ ਹੁੰਦਾ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਜਾ ਰਹੇ ਹੋ, ਪਰਮਾਤਮਾ ਤੁਹਾਡੇ ਨਾਲ ਤੁਰਿਆ ਜਾ ਰਿਹਾ। ਉਹ ਨਾਲ ਆਪਾਂ ਨੂੰ ਦਿਸੇ ਨਾ ਦਿਸੇ ਉਹ ਗੱਲ ਵੱਖਰੀ ਹੈ, ਉਹ ਨਾਲ ਤੁਰਿਆ। ਵਿਸ਼ਵਾਸ ਲਿਆਉਣਾ ਵੀ ਗੁਰੂ ਮਹਾਰਾਜ ਕਹਿੰਦੇ, ਕੋਈ ਸਾਡੇ ਵਰਗਾ ਨਹੀਂ ਕਹਿ ਰਿਹਾ, ਗੁਰੂ ਮਹਾਰਾਜ ਕਹਿੰਦੇ। ਇਸ ਜਦੋਂ ਰੱਬ ਨਾਲ ਤੁਰਿਆ ਜਾ ਰਿਹਾ, ਫਿਰ ਕੋਈ ਡਰਨ ਦੀ ਲੋੜ ਨਹੀਂ ਹੈਗੀ। ਕਿਉਂ? ਜਦੋਂ ਪਰਮਾਤਮਾ ਨਾਲ ਉਹਨੂੰ ਜਿਹੜਾ ਤੁਹਾਨੂੰ ਛੇੜਨਾ ਚਾਹੁੰਦਾ ਹੈ, ਭਾਵੇਂ ਉਹਨੂੰ ਪਰਮਾਤਮਾ ਨਹੀਂ ਦਿਸ ਰਿਹਾ, ਪਰ ਉਹਦੇ ਅੰਦਰਲਾ ਮਨ ਹੀ ਬਦਲ ਜਾਏਗਾ, ਤੁਹਾਨੂੰ ਕੁਛ ਨਹੀਂ ਕਹੇਗਾ। ਤੁਸੀਂ ਅੱਧੀ ਰਾਤ ਨੂੰ ਭਾਵੇਂ ਤੁਰੇ ਜਾਓ, ਅੱਧੀ ਰਾਤ ਨੂੰ ਉਹਦੀਆਂ ਬੀਬੀਆਂ ਰੌਲ ਲਾਉਣ, ਮੈਂ ਕਿਹਾ ਕੋਈ ਡਰਨ ਦੀ ਲੋੜ ਨਹੀਂ ਹੈ, ਕੋਈ ਕਿਸੇ ਨੂੰ ਕੁਛ ਨਹੀਂ। ਸਾਡਾ ਮਨ ਦਾ ਡਰ ਹੈ, ਆਉਂਦੀਆਂ ਜਾਂਦੀਆਂ ਨੇ 12 ਤੋਂ 2 ਰੌਲ ਲਾ ਕੇ ਜਾਂਦੀ ਮੇਰੀ ਬੀਬੀ ਹੈ। ਮੈਂ ਜੇ ਬੰਦਾ ਡਰੇ ਨਾ, ਮੈਂ ਦੇਖਿਆ ਆਪਣੇ ਪੈਰਾਂ ਦੇ ਖੜਕੇ ਤੋਂ ਡਰੀ ਜਾਂਦਾ, ਮਗਰ ਕੋਈ ਆ ਰਿਹਾ, ਉਹਨੂੰ ਐਂ ਲੱਗਦਾ ਤੁਰਦਿਆਂ ਪੈਰਾਂ ਦਾ ਖੜਕਾ ਹੁੰਦਾ ਨਾ, ਜੇ ਕਿਤੇ ਚੱਪਲ ਪਾਈ ਹੋਵੇ ਉਹ ਠੱਪ ਠੱਪ ਕਰਦੀ ਮਗਰੋਂ, ਐਂ ਹੁੰਦਾ ਆ ਰਿਹਾ ਮਗਰੋਂ ਕੋਈ ਬੰਦਾ, ਮੁੜ ਕੇ ਵੇਖਦਾ ਕੁਝ ਵੀ ਨਹੀਂ ਹੁੰਦਾ। ਇਸ ਲਈ ਬਹੁਤਾ ਮਨ ਦਾ ਡਰ ਹੁੰਦਾ। ਦਸਮ ਪਾਤਸ਼ਾਹ ਨੇ ਹੋਰ ਕੁਛ ਨਹੀਂ ਸੀ ਕੀਤਾ, ਕੋਈ ਸਿੱਖਾਂ ਨੂੰ ਘਿਓ ਖਵਾ ਖਾ ਕੇ ਮੋਟੇ ਨਹੀਂ ਸੀ ਕੀਤਾ, ਉਹਨੇ ਡਰ ਹੀ ਚੱਕਦਾ ਸੀ, ਬਸ ਉਹਨਾਂ ਦਾ ਡਰ ਹੀ ਚੱਕਦਾ ਸੀ। ਉਹ ਦੁਸ਼ਮਣ ਤੋਂ ਡਰਨੋਂ ਹੀ ਹਟ ਗਏ। ਹੁਣ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਦਸਮ ਪਾਤਸ਼ਾਹ ਹਮੇਸ਼ਾ ਸਾਡੇ ਨਾਲ, ਇਸ ਲਈ ਪਰਵਾਹ ਨਹੀਂ ਸੀ ਕਰਦੇ ਕਿਸੇ ਦੀ। 1.25 ਲੱਖ ਸੇਕ ਲੜਾਉਂਦਾ, ਪਰਵਾਹ ਨਹੀਂ ਕੀਤੀ।
ਕੁੱਲ 9 ਬੰਦੇ ਰਹਿ ਗਏ ਨੇ, ਬਾਕੀ ਤਾਂ ਸਾਰੇ ਚਲੇ ਗਏ। 9 ਰਹਿ ਗਏ ਨੇ ਕੱਚੀ ਗੜੀ ਦੇ ਵਿੱਚ ਚਮਕੌਰ ਸਾਹਿਬ। ਬਾਹਰ ਹਜ਼ਾਰਾਂ ਦੀ ਤਾਦਾਦ 'ਚ ਦੁਸ਼ਮਣ ਦੀ ਫੌਜ ਹੈ। 9 ਦੇ 9 ਲੜ ਕੇ ਮਰ ਗਏ ਨੇ, ਹੱਥ ਨਹੀਂ ਖੜੇ ਕੀਤੇ, ਸਰੈਂਡਰ ਨਹੀਂ ਕੀਤਾ ਆਪਣੇ ਆਪ ਨੂੰ। ਇੱਕ ਇੱਕ ਕਰਕੇ ਸਾਰੇ ਸ਼ਹੀਦ ਹੋ ਗਏ, ਦੁਸ਼ਮਣ ਦੇ ਹੱਥ ਨਹੀਂ ਆਏ। ਇਹਦਾ ਮਤਲਬ ਡਰ ਹੀ ਖਤਮ ਹੋ ਗਿਆ। ਦਸਮ ਪਾਤਸ਼ਾਹ ਨੇ ਐਸੀ ਸਪਿਰਿਟ ਭਰੀ ਸਿੱਖਾਂ 'ਚ, ਡਰ ਹੀ ਖਤਮ ਕਰਤਾ। ਇਹ ਨਹੀਂ ਵੀ ਜੇ ਇਹ ਤਾਂ 100 ਬੰਦਾ ਮੈਨੂੰ ਪੈ ਗਿਆ ਜੀ ਮੈਂ ਭੱਜ ਲਾਂ ਜੀ ਡਰਦਾ ਹੋਇਆ ਨਾ, ਕੋਈ ਗੱਲ ਨਹੀਂ, ਇਕੱਲਾ ਰਹਿ ਗਿਆ, ਖੁੱਲ੍ਹੇ ਹੀ ਲੜੀ ਜਾ ਰਿਹਾ। 14 ਸਾਲ ਦਾ ਜਵਾਕ ਹੈ, ਗੁਰੂ ਮਹਾਰਾਜ ਲੜਕਾ ਲੜ ਰਿਹਾ, ਉਹ ਇੰਨੀ ਫੌਜ ਹੈ। ਇਹ ਨਹੀਂ ਹੈ ਵੀ ਹਾਂ ਮੈਂ ਤਾਂ ਛੋਟਾ ਜੀ ਤਾਂ ਐਡੀ ਫੌਜ। ਕਦੇ ਪਿਤਾ ਜੀ ਕਹਿੰਦੇ ਮੈਨੂੰ ਵੀ ਤਿਆਰ ਕਰੋ। ਪਹਿਲਾ ਵੱਡਾ ਭਰਾ ਸ਼ਹੀਦ ਹੋ ਗਿਆ 18 ਸਾਲ ਦਾ, ਫਿਰ ਛੋਟਾ 14 ਸਾਲ, ਕਹਿੰਦਾ ਮੈਨੂੰ ਵੀ ਤਿਆਰ ਕਰੋ। ਦੇਖੋ ਪਰਵਾਹ ਨਹੀਂ ਕੀਤੀ, ਧਿਆਨ ਦੀ ਗੱਲ ਹੈ। ਸਾਹਮਣੇ ਭਰਾ ਸ਼ਹੀਦ ਹੋ ਗਿਆ, ਆਪ ਮੌਤ ਤੋਂ ਕੋਈ ਡਰ ਨਹੀਂ ਕਿ ਮੈਨੂੰ ਵੀ ਤਿਆਰ ਕਰੋ, ਮੈਂ ਵੀ ਜਾਊਂਗਾ। ਗਿਆ ਫਿਰ। ਗੁਰੂ ਗੋਬਿੰਦ ਸਿੰਘ ਵਰਗਾ ਇਨਸਾਨ ਜਿਹੜਾ ਪੈਦਾ ਹੋਣਾ ਬੜੀ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਰਗੇ 2 ਇਨਸਾਨ ਪੈਦਾ ਹੋਣੇ ਸੈਂਕੜੇ ਸਾਲਾਂ ਬਾਅਦ ਕਿਤੇ ਪੈਦਾ ਹੁੰਦੇ ਨੇ। ਐਸੇ ਇਨਸਾਨ ਪੈਦਾ ਇਸ ਸੰਸਾਰ 'ਚ ਹੁੰਦੇ। ਸੋ ਗੁਰੂ ਮਹਾਰਾਜ ਕਹਿੰਦੇ ਰਹਾ, ਹਰ ਮੇਰੀ ਓਟ ਮੈਂ ਹਰ ਕਾ ਤਾਣ। ਓਟ ਹੁੰਦਾ ਆਸਰਾ, ਤਾਣ ਹੁੰਦੀ ਤਾਕਤ, ਪਰ ਇੱਥੇ ਭਾਵ ਆਸਰੇ ਤੋਂ ਹੀ ਹੈ। ਹਰੀ ਹੀ ਮੇਰੀ ਓਟ ਹੈ, ਹਰੀ ਹੀ ਮੇਰਾ ਤਾਣ ਆਸਰਾ ਹੈ। ਭਾਵ ਮੈਨੂੰ ਤਾਂ ਓਟ ਆਸਰਾ ਪਰਮਾਤਮਾ ਦਾ ਹੀ। ਕਈ ਵਾਰੀ ਆਪਾਂ ਡਬਲ ਸ਼ਬਦ ਵਰਤੇ ਨਾ, ਮੈਨੂੰ ਤਾਂ ਜੀ ਉਹਦਾ ਹੀ ਓਟ ਆਸਰਾ ਹੈ। ਹਰ ਮੇਰਾ ਸਖਾ ਮਨ ਮਾਹੇ ਦੀਵਾਨ। ਹਰੀ ਮੇਰਾ ਮਿੱਤਰ ਹੈ ਅਤੇ ਮੇਰੇ ਮਨ 'ਚ ਉਹਦਾ ਆਸਰਾ ਹੈ। ਦੀਵਾਨ ਆਸਰੇ ਨੂੰ ਕਹਿੰਦਾ, ਮੈਨੂੰ ਤਾਂ ਪਰਮਾਤਮਾ ਦਾ ਹੀ ਆਸਰਾ ਹੈ। ਹਰ ਮੇਰੀ ਪੂੰਜੀ ਮੇਰਾ ਹਰ ਵਿਸਾ। ਵਿਸਾ ਵਿਸ਼ਵਾਸ ਨੂੰ ਕਹਿੰਦਾ, ਔਰ ਕਹਿੰਦਾ ਉਹਦਾ ਵਿਸਾ ਨਾ ਕਰੀ, ਉਹ ਤੈਨੂੰ ਧੋਖਾ ਦੇਊਗਾ। ਵਿਸਾ ਵਿਸ਼ਵਾਸ। ਪਰਮਾਤਮਾ ਹੀ ਮੇਰੀ ਪੂੰਜੀ ਹੈ, ਪਰਮਾਤਮਾ ਹੀ ਮੇਰਾ ਵਿਸ਼ਵਾਸ ਹੈ। ਭਾਵ ਮੈਨੂੰ ਉਸ 'ਤੇ ਭਰੋਸਾ ਹੈ, ਮੈਨੂੰ ਪਰਮਾਤਮਾ 'ਤੇ ਭਰੋਸਾ ਹੈ। ਉਹੀ ਮੇਰੀ ਪੂੰਜੀ ਹੈ, ਉਹੀ ਮੇਰੀ ਰਾਸ਼ੀ ਹੈ। ਗੁਰਮੁਖ ਧਨ ਖਟੇ ਹਰ ਮੇਰਾ ਸ਼ਾਹ। ਗੁਰਮੁਖ ਧਨ ਖਟੀ, ਧਿਆਨ ਦੇਣਾ, ਧਨ ਪੁਲਿੰਗ ਹੈ, ਖਟੀ ਇਸਤਰੀ ਲਿੰਗ ਹੈ। ਧਨ ਖਟਿਆ ਤੇ ਅਸੀਂ ਕਹਿ ਸਕਦੇ ਹਾਂ, ਧਨ ਖਟੀ ਨਹੀਂ ਕਹਿ ਸਕਦੇ। ਖਟੀ ਖਟਦਾ ਹਾਂ, ਗੁਰੂ ਰਾਹੀਂ ਮੈਂ ਨਾਮ ਧਨ ਖੜਦਾ ਹਾਂ। ਹਰ ਮੇਰਾ ਸ਼ਾਹ, ਹਰੀ ਮੇਰਾ ਸ਼ਾਹੂਕਾਰ ਹੈ। ਅਤੇ ਗੁਰਮੁਖ ਬਣ ਕੇ ਮੈਂ ਨਾਮ ਧਨ ਖੜਦਾ, ਉਹਦੀ ਕਮਾਈ ਕਰਦਾ ਨਾਮ ਧਨ। ਖਟੀ ਗੁਰ ਕਿਰਪਾ ਤੇ ਇਹ ਮਤ ਆਵੈ, ਜਨ ਨਾਨਕ ਹਰਿ ਕੈ ਅੰਕ ਸਮਾਵੈ। ਅੰਕ ਹੁੰਦਾ ਗੋਦ। ਗੁਰੂ ਦੀ ਕਿਰਪਾ ਨਾਲ ਹੀ ਇਹ ਮਤ ਆਉਂਦੀ ਹੈ, ਜਿਹੜੀ ਉੱਪਰ ਵਰਣਨ ਕੀਤੀ ਹੋਈ ਹੈ। ਅਤੇ ਜਦੋਂ ਇਹ ਮਤ ਆ ਜਾਏਗੀ ਕਿ ਪਰਮਾਤਮਾ ਹੀ ਮੇਰਾ ਓਟ ਹੈ, ਪਰਮਾਤਮਾ ਹੀ ਮੇਰਾ ਆਸਰਾ ਹੈ, ਪਰਮਾਤਮਾ ਹੀ ਮੇਰਾ ਦੀਵਾਨ ਹੈ, ਪਰਮਾਤਮਾ ਹੀ ਮੇਰਾ ਮਿੱਤਰ ਹੈ, ਪਰਮਾਤਮਾ ਹੀ ਮੇਰਾ ਧਨ ਹੈ, ਪਰਮਾਤਮਾ ਹੀ ਮੇਰਾ ਸ਼ਾਹ ਹੈ, ਕਿ ਜਦੋਂ ਇਹ ਮਤ ਆ ਜਾਏਗੀ ਨਾ, ਜਨ ਨਾਨਕ ਹਰਿ ਕੈ ਅੰਕ ਸਮਾਵੈ, ਉਹ ਵਿਅਕਤੀ ਫਿਰ ਪਰਮਾਤਮਾ ਦੀ ਗੋਦ ਵਿੱਚ ਲੀਨ ਹੋ ਜਾਂਦਾ ਹੈ। ਪਾਪ ਪਰਮਾਤਮਾ ਦੇ ਨਾਲ ਰਲ ਜਾਂਦਾ ਹੈ। ਆਸਾ ਮਹਿਲਾ ਪੰਜਵਾਂ। ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ, ਸਤਿਗੁਰ ਸੇਵ ਸਭੈ ਫਲ ਪਾਈ। ਪ੍ਰਭ ਹੋਏ ਕਿਰਪਾਲ, ਜੇ ਪਰਮਾਤਮਾ ਕਿਰਪਾਲੂ ਹੋ ਜਾਵੇ ਤਾਂ ਇਹ ਮਨ ਲਾਈ, ਤਾਂ ਮੇਰਾ ਮਨ ਪਰਮਾਤਮਾ ਨਾਲ ਲੱਗਦਾ ਹੈ, ਉਹਦੇ ਨਾਮ ਨਾਲ ਤਾਂ ਜੁੜਦਾ ਹੈ ਜੇ ਪਰਮਾਤਮਾ ਕਿਰਪਾ ਕਰੇ। ਕਿਉਂਕਿ ਆਪਣੇ ਯਤਨਾਂ ਨਾਲ ਨਹੀਂ ਨਿਰੀ ਗੱਲ ਬਣਦੀ। ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵਨ। ਜੇ ਆਪਣੇ ਯਤਨਾਂ ਨਾਲ ਮਿਲਦਾ ਹੁੰਦਾ, ਫਿਰ ਜਿਹੜੇ ਪਰਮਾਤਮਾ ਵਿਛੜ ਗਏ ਨੂੰ ਕਿਉਂ ਰੋਂਦੇ? ਉਹਨਾਂ ਯਤਨ ਕਰਕੇ ਪ੍ਰਾਪਤ ਕਰ ਲੈਂਦੇ। ਨਹੀਂ, ਉਹਦੀ ਕਿਰਪਾ ਚਾਹੀਦੀ ਹੈ। ਉਹਦੀ ਕਿਰਪਾ ਹੈ ਤਾਂ ਆਪਾਂ ਸਤਸੰਗ 'ਚ ਹੈ,
ਜਿਨ੍ਹਾਂ ਦੀ ਕਿਰਪਾ ਨਹੀਂ ਹੈ ਅੱਜ ਘਰ ਬੈਠੇ ਨੇ, ਕੱਲ੍ਹ ਆਏ ਅੱਜ ਨਹੀਂ ਆਏ। ਸੋਚਣ ਵਾਲੀ ਗੱਲ ਹੈ। ਅੱਜ ਨਹੀਂ ਕਿਰਪਾ ਹੋਈ ਪਰਮਾਤਮਾ ਦੀ, ਕੋਈ ਨਾ ਕੋਈ ਕਾਰਨ ਬਣ ਗਿਆ, ਕੋਈ ਬਹਾਨਾ ਬਣ ਗਿਆ, ਕੁਝ ਵੀ ਹੋ ਸਕਦਾ ਹੁੰਦਾ। ਜਿਹੜੇ ਆਪਾਂ ਆਏ ਹਾਂ ਪਰਮਾਤਮਾ ਦੀ ਕਿਰਪਾ ਸੀ, ਸਾਨੂੰ ਅੰਦਰੋਂ ਪ੍ਰੇਰਨਾ ਦਿੱਤੀ ਪਰਮਾਤਮਾ ਨੇ, ਚਲੋ ਭਾਈ ਟਾਈਮ ਹੋ ਗਿਆ ਸਤਸੰਗ ਕਰੋ ਜਾ ਕੇ, ਵੇਹਲ ਦਿੱਤੀ, ਤੰਦਰੁਸਤੀ ਦਿੱਤੀ, ਕੋਈ ਅਚਾਨਕ ਕੰਮ ਨਹੀਂ ਆ ਪਿਆ, ਕੋਈ ਪ੍ਰਾਹੁਣਾ ਨਹੀਂ ਮਿਲਣ ਆਇਆ, ਨਹੀਂ ਤਾਂ ਕੁਝ ਵੀ ਕਾਰਨ ਹੋ ਸਕਦਾ ਹੈ, ਉਹਦੀ ਕਿਰਪਾ ਹੈ। ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ, ਜੇ ਪਰਮਾਤਮਾ ਮੇਰੇ 'ਤੇ ਕਿਰਪਾਲੂ ਹੋ ਜਾਏ ਤਾਂ ਮੇਰਾ ਮਨ ਪਰਮਾਤਮਾ ਨਾਲ ਜੁੜਦਾ ਹੈ। ਸਤਿਗੁਰ ਸੇਵ ਸਭੈ ਫਲ ਪਾਈ, ਗੁਰੂ ਦੀ ਸੇਵਾ ਕਰਕੇ ਫਿਰ ਹਰ ਪ੍ਰਕਾਰ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਵੈਰਾਗ ਹੁੰਦਾ ਵਿਛੋੜੇ ਵਿੱਚ ਦੁਖੀ ਹੋਣਾ। ਹੇ ਮਨੋ ਕਿਉਂ ਵੈਰਾਗ ਕਰਦਾ ਹੈ, ਮੇਰਾ ਗੁਰੂ ਤੇ ਪੂਰਾ ਹੈ, ਉਹ ਮਿਲੇਗਾ, ਤੂੰ ਵੈਰਾਗ ਨਾ ਕਰ। ਕਿਉਂ ਮਨਸਾ ਕਾ ਦਾਤਾ, ਮਨਸਾ ਇੱਕ ਵਚਨ ਹੁੰਦਾ, ਮਨਸਾ ਬਹੁਵਚਨ ਹੁੰਦਾ, ਇੱਛਾ ਇੱਕ ਵਚਨ ਹੁੰਦਾ, ਇੱਛਾ ਬਹੁਵਚਨ ਹੁੰਦਾ। ਮਨਸਾ ਕਾ ਦਾਤਾ, ਉਹ ਤਾਂ ਇੱਛਾ ਪੂਰੀਆਂ ਕਰਨ ਵਾਲਾ ਹੈ। ਸਭ ਸੁੱਖ ਨਿਧਾਨ, ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਅੰਮ੍ਰਿਤ ਸਰ, ਉਹ ਤੇ ਅੰਮ੍ਰਿਤ ਦਾ ਸਰੋਵਰ ਹੈ। ਸਾਧੀ ਭਰਪੂਰਾ, ਜਿਹੜਾ ਸਦੇ ਭਰਿਆ ਰਹਿੰਦਾ ਹੈ, ਉਹ ਤੇ ਕਦੇ ਅੰਮ੍ਰਿਤ ਦਾ ਸਰੋਵਰ ਹੈ, ਜਿਹੜਾ ਸਦੇ ਭਰਿਆ ਰਹਿੰਦਾ ਹੈ। ਉਹ ਤੇ ਇੱਛਾ ਪੂਰੀਆਂ ਕਰਨ ਵਾਲਾ ਦਾਤਾ ਹੈ, ਉਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਇਸ ਲਈ ਤੂੰ ਹੈ ਮਨਾ ਬੈਰਾਗ ਨਾ ਕਰ। ਰਹਾਉ ਚਰਨ ਕਮਲ ਰਿਦ ਅੰਤਰ ਧਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਜਦੋਂ ਪਰਮਾਤਮਾ ਦੇ ਚਰਨ ਕਮਲਾਂ ਨੂੰ, ਤੁਸੀਂ ਕਹੋਗੇ ਕਿ ਪਰਮਾਤਮਾ ਦੇ ਪੈਰ ਹੁੰਦੇ ਨੇ, ਸਮਝਾਉਣ ਵਾਲੀ ਗੱਲ ਹੈ। ਪਾਪ ਪਰਮਾਤਮਾ ਦੀ ਯਾਦ ਨੂੰ ਚਰਨ ਕਮਲ, ਰਿਦ ਹੁੰਦਾ ਹਿਰਦਾ, ਧਾਰੇ ਹੁੰਦਾ ਵਸਾਉਣਾ ਜਾਂ ਟਿਕਾਉਣਾ। ਜਦੋਂ ਮਨੁੱਖ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾ ਲੈਂਦਾ ਨਾ, ਕਿਸੇ ਦੀ ਵੀ ਯਾਦ ਹਿਰਦੇ 'ਚ ਵਸ ਜਾਏ, ਉਹ ਫਿਰ ਭੁੱਲਿਆ ਨਹੀਂ ਕਰਦਾ, ਉਹ ਭੁੱਲਿਆ ਨਹੀਂ ਕਰਦਾ। ਜਦੋਂ ਪਰਮਾਤਮਾ ਦੀ ਯਾਦ ਹਿਰਦੇ ਚ ਵਸਦੀ, ਪਰਮਾਤਮਾ ਆਪਣੇ ਆਪ ਹੀ ਯਾਦ ਆਈ ਜਾਂਦਾ। ਸਾਨੂੰ ਨਹੀਂ ਵੈਗਰੂ ਵੈਰੂ ਕਰਨਾ ਪੈਂਦਾ, ਉਹ ਯਾਦ ਆਈ ਹੀ ਜਾਂਦਾ। ਜਿਵੇਂ ਤੁਹਾਡਾ ਬੱਚਾ ਹੁਣੇ ਫੌਰਨ ਗਿਆ ਹੈ, ਕਿੰਨੇ ਦਿਨ ਉਹਦੀ ਯਾਦ ਆਪਣੇ ਆਪ ਆਈ ਹੋਈ ਜਾਏਗੀ। ਕਿਉਂ? ਅਜੇ ਉਹਦਾ ਟੈਲੀਫੋਨ ਨਹੀਂ ਆਇਆ, ਮੈਂ ਪਹੁੰਚ ਗਿਆ ਹਾਂ। ਉਹਦੀ ਯਾਦ ਜਿੰਨਾ ਚਿਰ ਪਹੁੰਚ ਨਹੀਂ ਜਾਂਦਾ, ਯਾਦ ਆਈ ਹੋਈ ਜਾਣੀ ਹੈ, ਆਈ ਜਾਣੀ। ਤੁਸੀਂ ਉਹਨੂੰ ਯਾਦ ਨਹੀਂ ਕਰ ਰਹੇ ਹੁੰਦੇ, ਉਹਦੀ ਯਾਦ ਆਈ ਹੋਈ ਜਾਂਦੀ ਹੈ। ਇਸ ਲਈ ਪਰਮਾਤਮਾ ਦੀ ਜਦੋਂ ਯਾਦ ਹਿਰਦੇ 'ਚ ਵਸਦੀ ਹੈ, ਪ੍ਰਗਟੀ ਜੋਤ, ਪਰਮਾਤਮਾ ਦੀ ਜੋਤ ਅੰਦਰ ਪ੍ਰਗਟ ਹੋ ਜਾਂਦੀ ਹੈ। ਮਿਲੇ ਰਾਮ ਪਿਆਰੇ, ਫਿਰ ਪਿਆਰਾ ਪ੍ਰਭੂ ਮਿਲ ਪੈਂਦਾ ਹੈ। ਕਿਉਂ? ਉਹਦੀ ਯਾਦ ਨੂੰ ਤੁਸੀਂ ਹਿਰਦੇ 'ਚ ਵਸਾ ਲਿਆ ਹੈ। ਹਰ ਵਕਤ ਉਹਨੂੰ ਯਾਦ ਕਰਦੇ ਰਹਿੰਦੇ ਹੋ, ਕਰਦੇ ਰਹਿੰਦੇ ਹੋ, ਕਰਦੇ ਰਹਿੰਦੇ ਹੋ। ਇੱਕ ਦਿਨ ਫਿਰ ਉਹ ਆ ਜਾਂਦਾ ਹੈ। ਪੰਜ ਸਖੀ, ਪੰਜ ਸਖੀ ਇੱਕ ਵਚਨ ਹੁੰਦਾ ਹੈ। ਸਖੀ ਖੱਖੇ ਨੂੰ ਪਿਆਰੀ ਬਿੰਦੀ ਲਾ ਕੇ ਬਹੁਵਚਨ ਹੋ ਗਿਆ। ਪੰਜ ਸਖੀਆਂ ਨੇ ਸਾਡੀਆਂ, ਪੰਜ ਗਿਆਨ ਇੰਦਰੀਆਂ ਨੇ। ਅੱਖਾਂ, ਕੰਨ, ਨੱਕ, ਮੂੰਹ, ਹੱਥ, ਇਹਨਾਂ ਰਾਹੀਂ ਸਾਨੂੰ ਗਿਆਨ ਹੁੰਦਾ ਹੈ। ਇਹਨਾਂ ਨੂੰ ਗਿਆਨ ਇੰਦਰੀਆਂ ਕਹਿੰਦੇ। ਇਹ ਪੰਜਾਂ ਗਿਆਨ ਇੰਦਰੀਆਂ ਨੇ ਮਿਲ ਕੇ ਮੰਗਲ ਗਾਇਆ, ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ। ਖੁਸ਼ੀ ਦੇ ਗੀਤ ਨੂੰ ਵੀ ਮੰਗਲ ਕਹਿੰਦੇ ਨੇ, ਸਿਫਤ ਸਲਾਹ ਦੇ ਗੀਤ ਨੂੰ ਵੀ ਮੰਗਲ ਕਹਿੰਦੇ। ਪੰਜਾਂ ਗਿਆਨ ਇੰਦਰੀਆਂ ਨੇ ਰਲ ਕੇ ਪਰਮਾਤਮਾ ਦੀ ਸਿਫਤ ਦਾ ਗੀਤ ਗਾਇਆ। ਫਿਰ ਕੀ ਹੋਇਆ?
ਅਨਹਦ ਬਾਣੀ ਰੱਬੀ ਬਾਣੀ, ਅਨਹਦ ਬਾਣੀ ਰੱਬੀ ਬਾਣੀ, ਨਾਦ ਵਜੈ ਰੱਬੀ ਬਾਣੀ ਦਾ ਅੱਗੇ ਅੰਦਰ ਵਾਜਾ ਵੱਜਣ ਲੱਗ ਪਿਆ ਹੈ, ਅੰਦਰ ਅਨਹਦ ਨਾਦ ਸੁਣਨਾ ਸ਼ੁਰੂ ਹੋ ਗਿਆ ਹੈ, ਅੰਦਰ ਰੱਬੀ ਸੰਗੀਤ ਸੁਣਨਾ ਸ਼ੁਰੂ ਹੋ ਗਿਆ ਹੈ। ਉਹਨੂੰ ਅਨਹਦ ਨਾਦ ਕਹਿੰਦੇ, ਅਨਹਦ ਬਾਣੀ ਕਹਿੰਦੇ। ਗੁਰ ਨਾਨਕ ਤੁਠਾ ਮਿਲਿਆ ਹਰ ਰਾਏ, ਗੁਰੂ ਮਾਰ ਕੇ ਜਦੋਂ ਗੁਰੂ ਪ੍ਰਸੰਨ ਹੁੰਦਾ, ਤੁਠਾ ਤਰੁੱਠਣਾ ਪ੍ਰਸੰਨ ਹੋਣਾ, ਮਿਲਿਆ ਹਰ ਰਾਏ, ਜਦੋਂ ਗੁਰੂ ਪ੍ਰਸੰਨ ਹੋ ਗਿਆ ਫਿਰ ਪਰਮਾਤਮਾ ਮਿਲ ਪਿਆ। ਕਿਉਂਕਿ ਪਰਮਾਤਮਾ ਨੇ ਕਿਹਾ ਮੈਂ ਸਿੱਧਾ ਨਹੀਂ ਕਿਸੇ ਨੂੰ ਮਿਲਣਾ, ਮੈਂ ਗੁਰੂ ਰਾਹੀਂ ਮਿਲਦਾ ਹਾਂ। ਇਸ ਲਈ ਆਪਣਾ ਸਾਰਾ ਜ਼ੋਰ ਸਿੱਖ ਦਿੰਦਾ ਕਿਸੇ ਤਰ੍ਹਾਂ ਗੁਰੂ ਖੁਸ਼ ਹੋ ਜਾਏ। ਗੁਰੂ ਕਹਿੰਦੇ ਕਾਮੀ ਤੇ ਸਿੱਖਾ ਤੂੰ ਦੋ ਕਰ ਬਸ, ਇੱਕ ਤੇ ਸ਼ੁਭ ਕਰਮ ਕਰ, ਇੱਕ ਪਰਮਾਤਮਾ ਦਾ ਨਾਮ ਜਪੀ ਜਾ, ਮੈਂ ਵੀ ਖੁਸ਼ ਤੇ ਰੱਬ ਵੀ ਖੁਸ਼। ਮੈਂ ਇਸ ਲਈ ਖੁਸ਼ ਕਿ ਮੈਂ ਤੁਹਾਨੂੰ ਕਿਹਾ ਸ਼ੁਭ ਕਰਮ ਕਰੋ, ਨਾਮ ਜਪੋ, ਤੁਸੀਂ ਦੋਨੋਂ ਕੰਮ ਕਰ ਰਹੇ, ਗੁਰੂ ਖੁਸ਼। ਰੱਬ ਇਸ ਲਈ ਖੁਸ਼ ਕਿ ਮੈਂ ਇਸ ਬੰਦੇ ਨੂੰ ਨਾਮ ਜਪਣ ਨੂੰ ਭੇਜਿਆ ਸੀ, ਨਾਮ ਜਪਦਾ ਹੈ। ਹੁਣ ਜਿਸ ਤੇ ਗੁਰੂ ਤੇ ਰੱਬ ਦੋਨੋਂ ਖੁਸ਼ ਹੋਣ, ਜਦ ਤੁਸੀਂ ਨਾਮ ਜਪਦੇ ਹੋ ਨਾ, ਇਕੱਲਾ ਰੱਬ ਨਹੀਂ ਖੁਸ਼ ਹੁੰਦਾ, ਗੁਰੂ ਮਹਾਰਾਜ ਵੀ ਖੁਸ਼ ਨੇ ਕਿ ਵੀ ਮੈਂ ਇਹਨਾਂ ਨੂੰ ਗੁਰਮੰਤਰ ਦਿੱਤਾ ਸੀ, ਮੇਰਾ ਸਿੱਖ ਉਸ ਗੁਰਮੰਤਰ ਦਾ ਜਾਪ ਕਰਦਾ। ਗੁਰਮੰਤਰ ਇਸ ਲਈ ਦਿੱਤਾ ਨਾ ਸਾਨੂੰ ਗੁਰੂ ਨੇ ਵੀ ਭਾਈ ਦਾ ਜਾਪ ਕਰਨਾ, ਅਤੇ ਜਦੋਂ ਆਪਾਂ ਜਾਪ ਕਰਾਂਗੇ, ਮੰਨ ਲਓ ਪਿਤਾ ਬੱਚੇ ਦੀ ਕੋਈ ਡਿਊਟੀ ਲਾ ਦਿੰਦਾ ਕਿ ਤੂੰ ਭਈ ਆਹ ਕਰਨਾ, ਅਤੇ ਬੱਚਾ ਉਹ ਕਰ ਰਿਹਾ ਤਾਂ ਪਿਤਾ ਦੀ ਖੁਸ਼ੀ ਹੈ, ਫਿਰ ਕੁਦਰਤੀ ਖੁਸ਼ੀ ਹੋਏਗੀ। ਗੁਰੂ ਨੇ ਗੁਰਮੰਤਰ ਦਿੱਤਾ, ਆਪਾਂ ਗੁਰਮੰਤਰ ਦਾ ਜਾਪ ਕੇ ਗੁਰੂ ਮਹਾਰਾਜ ਖੁਸ਼, ਆਪਾਂ ਜੋ ਗੁਰਮੰਤਰ ਦਾ ਜਾਪ ਕੇ ਨਾਮ ਜਪ ਰਹੇ ਹਾਂ, ਪਰਮਾਤਮਾ ਖੁਸ਼। ਹੁਣ ਜਿਸ ਤੇ ਗੁਰੂ ਖੁਸ਼, ਜਿਸ ਤੇ ਪਰਮਾਤਮਾ ਖੁਸ਼, ਉਹਨੂੰ ਵੀ ਦੱਸੋ ਕਾਹਦੀ ਚਿੰਤਾ ਦੀ ਲੋੜ ਹੈ? ਉਹ ਤਾਂ ਵਿਅਰਥ ਹੀ ਚਿੰਤਾ ਕਰੀ ਜਾ ਰਿਹਾ। ਉਹਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ, ਗੁਰੂ ਦੀ ਗੱਲ 'ਤੇ ਵਿਸ਼ਵਾਸ ਲਿਆਉਣਾ ਹੈ, ਫਿਰ ਜਾ ਕੇ ਅਸਲ ਗੱਲ ਬਣਦੀ ਕੋਈ। ਗੁਰ ਨਾਨਕ ਤੁਠਾ ਮਿਲਿਆ ਹਰ ਰਾਏ, ਜੋ ਨਾਨਕ ਇੱਥੇ ਭਾਵ ਹੈ ਵੀ ਇਹ ਪੰਚਮ ਪਾਤਸ਼ਾਹ ਦੀ ਬਾਣੀ ਹੈ। ਪੰਚਮ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਜਿਹੜਾ ਹੈ ਪ੍ਰਸੰਨ ਹੁੰਦਾ, ਮਿਲਿਆ ਹਰ ਰਾਏ, ਫਿਰ ਹਰੀ ਮਿਲ ਪੈਂਦਾ ਹੈ। ਫਿਰ ਕੀ ਹੁੰਦਾ ਜੇ ਪਰਮਾਤਮਾ ਮਿਲ ਪਿਆ? ਸੁਖ ਰੈਣ ਵਿਹਾਣੀ ਸਹਿਜ ਸੁਭਾਏ, ਰੈਣ ਮੈਨੇ ਰਾਤ ਭਾਵ ਜੀਵਨ, ਵਿਹਾਣੀ ਹੁੰਦਾ ਬੀਤਣਾ। ਫਿਰ ਇਹ ਜਿਹੜਾ ਜੀਵਨ ਹੈ ਸਹਿਜ ਸੁਭਾਏ ਸੁੱਖਾਂ 'ਚ ਬੀਤਦਾ ਹੈ। ਫਿਰ ਸਹਿਜ ਸੁਭਾਅ ਇਹ ਬਾਕੀ ਦਾ ਜੀਵਨ ਸੁੱਖ ਨਾਲ ਬਤੀਤਦਾ ਹੈ ਜਦੋਂ ਪਰਮਾਤਮਾ ਕਿਸੇ ਨੂੰ ਮਿਲ ਪੈਂਦਾ ਹੈ। ਪਰਮਾਤਮਾ ਤੋਂ ਮਿਲਦਾ ਗੁਰ ਤੁਠਾ, ਜਦੋਂ ਗੁਰੂ ਪ੍ਰਸੰਨ ਹੁੰਦਾ ਹੈ। ਯਾਦ ਰੱਖਣਾ, ਗੁਰੂ ਦੋ ਗੱਲਾਂ 'ਤੇ ਪ੍ਰਸੰਨ ਹੁੰਦਾ, ਸ਼ੁਭ ਕਰਮ ਕਰਨ ਨਾਲ, ਨਾਮ ਜਪਣ। ਜਿਹੜਾ ਵੀ ਗੁਰੂ ਮਹਾਰਾਜ ਕੋਲੇ ਆਇਆ ਜਾਂ ਜਿਸ ਕੋਲ ਵੀ ਗੁਰੂ ਮਹਾਰਾਜ ਗਏ, ਪਹਿਲਾਂ ਜਿਹੜੀ ਉਹਦੇ ਵਿੱਚ ਬੁਰਾਈ ਸੀ, ਆਮ ਤੌਰ 'ਤੇ ਇੱਕ ਅੱਧੀ ਬੁਰਾਈ ਹੁੰਦੀ ਹੈ, ਸਾਰੀਆਂ ਬੁਰਾਈਆਂ ਨਹੀਂ ਕਿਸੇ 'ਚ ਹੁੰਦੀਆਂ, ਕਿਸੇ 'ਚ ਕੋਈ, ਕਿਸੇ 'ਚ ਕੋਈ, ਕਿਸੇ 'ਚ ਕੋਈ ਹੁੰਦੀ। ਸੱਜਣ ਠੱਗ ਦੇ ਵਿੱਚ ਇੱਕੋ ਹੀ ਬੁਰਾਈ ਸੀ, ਉਂਝ ਬੜਾ ਵਧੀਆ ਸੀ, ਧਾਰਮਿਕ ਬੰਦਾ ਸੀ, ਆਏ ਗਏ ਦੀ ਸੇਵਾ ਕਰਦਾ ਸੀ, ਮੁਸਲਮਾਨਾਂ ਦੇ ਰਹਿਣ ਲਈ ਅੱਡ ਸਰਾਂ ਸੀ, ਹਿੰਦੂਆਂ ਦੇ ਰਹਿਣ ਲਈ ਅੱਡ ਸਰਾਂ ਬਣਾਏ ਹੋਏ, ਲੰਗਰ ਲਾਏ ਹੋਏ ਹਨ, ਪਰ ਉਹ 'ਚ ਇੱਕੋ ਨੁਕਸ ਸੀ ਕਿ ਉਹ ਠੱਗ ਲੈਂਦਾ ਸੀ। ਉਹ ਜਿਹੜੇ ਮੁਸਾਫਰ ਆਉਂਦੇ ਸਨ ਉਹਨਾਂ ਨੂੰ ਠੱਗ ਲੈਂਦਾ ਸੀ। ਗੁਰੂ ਮਹਾਰਾਜ ਉਸਦੀ ਪਹਿਲਾਂ ਠੱਗੀ ਹਟਾਈ, ਠੱਗੀ ਹਟਾ ਕੇ ਫਿਰ ਉਹਨੂੰ ਜਿਹੜਾ ਨਾਮ ਦੀ ਦਾਤ ਦਿੱਤੀ। ਕੌਡੇ ਰਾਖਸ਼ ਦੇ ਵਿੱਚ ਇੱਕੋ ਹੀ ਭੈੜ ਸੀ, ਬਸ ਉਹ ਬੰਦੇ ਮਾਰ ਮਾਰ ਕੇ ਖਾਂਦਾ ਸੀ। ਵੀ ਕਸੂਰ ਹੈ ਨਹੀਂ ਬੰਦੇ ਦਾ, ਪਰ ਜਿਹੜਾ ਅੱਗੋਂ ਲੰਘਿਆ ਉਹਨੂੰ ਮਾਰ ਕੇ ਖਾ ਜਾਂਦਾ। ਕਿ ਜਦੋਂ ਸ਼ਰਾਪ ਦੇਦਾ ਵੀ ਜਾਓ ਰਾਖਸ਼ਾ, ਉਹਦੇ ਗੁਰੂ ਨੇ ਉਹਨੂੰ ਸ਼ਰਾਪ ਦਿੱਤਾ, ਉਹ ਰਾਖਸ਼ਾ, ਉਹ ਤੇ ਰਾਖਸ਼ ਬਿਰਤੀ ਹੋ ਗਈ। ਹੁਣ ਉਹ ਕਹਿੰਦਾ ਜੀ ਜੰਗਲ 'ਚ ਰਹਿ ਰਿਹਾ, ਖਾਵਾਂਗਾ ਕੀ ਮੈਂ? ਤੁਸੀਂ ਤਾਂ ਕਹਿੰਦਾ ਰਾਖਸ਼। ਕਹਿੰਦੇ ਸੁਣ,
ਆ ਲੈ ਸ਼ੀਸ਼ਾ। ਜਦੋਂ ਕੋਈ ਬੰਦਾ ਤੇਰੇ ਅੱਗੋਂ ਲੰਘੇ ਸ਼ੀਸ਼ੇ 'ਚ ਵੇਖੀ, ਉਹ ਤੈਨੂੰ ਭੇਡ, ਬੱਕਰੀ, ਊਠ ਇਸ ਤਰ੍ਹਾਂ ਤੈਨੂੰ ਦੱਸੂਗਾ। ਉਹ ਬੰਦਾ ਨਹੀਂ ਹੈ, ਉਹਨੂੰ ਖਾ ਜਾਣਾ। ਕਹਿੰਦੇ ਇੱਕ ਗੁਰੂ ਨਾਨਕ ਆਵੇਗਾ ਜਿਹੜਾ ਬੰਦਾ ਤੈਨੂੰ ਦੱਸੇਗਾ, ਬਾਕੀ ਸਭ ਕੋਈ ਬੰਦਾ ਨਹੀਂ ਹੈਗਾ। ਜਿਹੜਾ ਤੇਰੇ ਲੱਗੇ ਸ਼ੀਸ਼ੇ ਵੇਖੀ, ਅੱਛਾ ਆ ਮੱਝ ਜਾ ਰਿਹਾ ਬੰਦਾ, ਤੈਨੂੰ ਮੱਝ ਦਿਸੇ, ਖਾ ਲਈ। ਚਲੋ ਜੀ, ਮਰਦਾਨਾ ਜੀ ਗੁਰੂ ਨਾਨਕ ਜੀ ਨਾਲ ਰੁੱਸ ਗਏ। ਕਹਿੰਦੇ ਦੇਖੋ ਜੀ ਇੰਨੇ ਦਿਨ ਹੋ ਗਏ ਨੇ, ਕੋਈ ਰੋਟੀ ਪਾਣੀ ਨਹੀਂ ਮਿਲ ਰਿਹਾ, ਜੰਗਲ ਹੀ ਮੁੱਕਣ 'ਚ ਨਹੀਂ ਆਉਂਦਾ, ਤੁਹਾਨੂੰ ਨਾ ਭੁੱਖ ਲੱਗੇ ਨਾ ਪਿਆਸ ਲੱਗੇ। ਕਹਿੰਦੇ ਕੋਈ ਨਹੀਂ, ਆਉਣ ਹੀ ਵਾਲਾ। ਕਹਿੰਦੇ ਨਾ ਜੀ ਮੇਰੇ ਤੋਂ ਨਹੀਂ ਰਹਿੰਦਾ, ਮੈਂ ਨਹੀਂ ਰਹਿੰਦਾ। ਕਹਿੰਦੇ ਮਰਦਾਨਾ ਜੀ ਤਲਵੰਡੀ ਬਹੁਤ ਦੂਰ ਹੈ ਤੇ ਤੁਹਾਨੂੰ ਤੇ ਰਾਹ ਦਾ ਵੀ ਨਹੀਂ ਪਤਾ, ਜੰਗਲ 'ਚ ਰਾਹ ਨਹੀਂ ਤੁਹਾਨੂੰ ਲੱਭਣਾ, ਤੁਸੀਂ ਨਾ ਜਾਓ, ਕੋਈ ਜੰਗਲੀ ਜਾਨਵਰ ਤੁਹਾਨੂੰ ਖਾ ਜਾਏਗਾ। ਨਾ ਕਹਿੰਦਾ ਮੇਰੇ ਤੋਂ ਨਹੀਂ ਭੁੱਖੇ ਮਾਰਦਾ, ਮੈਂ ਨਹੀਂ ਰਹਿੰਦਾ ਤੁਹਾਡੇ ਨਾਲ। ਕਿ ਚੰਗਾ ਭਾਈ ਤੇਰੀ ਮਰਜ਼ੀ ਹੈ। ਜਾ ਰਿਹਾ ਗੁਰੂਆਂ ਤੋਂ ਉੱਥੇ ਬਹਿ ਗਏ। ਉਹਨੂੰ ਤਾਂ ਪਤਾ ਸੀ ਹੁਣ ਕੀ ਹੋਣ ਵਾਲਾ। ਅੱਗੇ ਕਿਤੇ ਰਾਖਸ਼ ਸੀ, ਕੌਡਾ ਰਾਖਸ਼। ਉਹਨੇ ਦੇਖਿਆ, ਕਿਉਂਕਿ ਉਸ ਵੇਲੇ ਮਰਦਾਨਾ ਜਿਹੜਾ ਹੈ ਗੁਰੂ ਮਹਾਰਾਜ ਨੇ ਰੁੱਸ ਗਿਆ ਸੀ, ਇਸ ਲਈ ਉਹ ਬੰਦਾ ਨਾ ਰਿਹਾ, ਨਿਗਰਾ ਹੋ ਗਿਆ। ਉਹਨੇ ਦੇਖਿਆ ਇਹ ਤਾਂ ਕੋਈ ਡੰਗਰ ਜਾ ਰਿਹਾ, ਫੜ ਲਿਆ। ਜਦੋਂ ਫੜ ਲਿਆ, ਉਹ ਤਾਂ ਤੱਤੇ ਤੇਲ ਦਾ ਕੜਾਹਾ ਰੱਖਿਆ ਸੀ ਹਮੇਸ਼ਾ ਕੌਡੇ ਰਾਖਸ਼ ਨੇ, ਸਾਬਤ ਹੀ ਬੰਦਾ ਵਿੱਚ ਸੁੱਟਦਾ ਸੀ, ਤਲ ਕੇ ਖਾ ਜਾਂਦਾ ਸੀ। ਜਦੋਂ ਐਂ ਚੱਕ ਲਿਆ, ਹੁਣ ਮਰਦਾਨਾ ਜੀ ਨੇ ਐਂ ਚੱਕ ਲਿਆ ਰਾਖਸ਼ ਨੂੰ ਸੁੱਟਣ ਲਈ, ਅਤੇ ਉਹ ਯਾਦ ਕਰਦਾ ਗੁਰੂ ਨਾਨਕ ਬਚਾਓ ਮਾਰਾ ਗਿਆ ਹੋਵੇ ਤਾਂ ਗੁਰੂ ਮਹਾਰਾਜ ਹੁੰਦਾ ਕਿਹੜਾ ਦੇ ਲੱਗਣੇ 1 ਸੈਕਿੰਡ 'ਚ ਆ ਕੇ। ਮਗਰੋਂ ਗੁਰੂ ਮਹਾਰਾਜ ਨੇ ਕਿਹਾ ਧੰਨ ਕਰਤਾਰ। ਜਦੋਂ ਧੰਨ ਕਰਤਾਰ ਕਿਹਾ, ਉਹ ਅੱਗ ਬੁਝ ਗਈ, ਕੜਾਹਾ ਇੱਕਦਮ ਠੰਡਾ ਹੋ ਗਿਆ। ਉਹਨੇ ਮਰਦਾਨੇ ਨੂੰ ਹੇਠਾਂ ਰੱਖਤਾ ਵੀ ਇਹ ਕੌਣ ਆ ਗਿਆ। ਭੱਜਿਆ ਗਿਆ, ਆਪਣੀ ਕੁਟੀਆ ਜਾ ਕੇ ਸ਼ੀਸ਼ਾ ਵੇਖਦਾ, ਬੰਦਾ ਦਿਸਦਾ, ਆ ਕੇ ਪੈਰੀ ਪੈ ਗਿਆ। ਕਹਿੰਦੇ ਤੁਸੀਂ ਗੁਰੂ ਨਾਨਕ ਦੇਵ ਜੀ ਹੋ? ਕਹਿੰਦੇ ਹਾਂ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗਿਆ? ਕਹਿੰਦੇ ਜੀ ਮੇਰੇ ਗੁਰੂ ਨੇ ਮੈਨੂੰ ਜਿਹੜਾ ਬਦਸੀਸ ਦਿੱਤੀ ਸੀ। ਕਹਿੰਦੇ ਤੂੰ ਇਹ ਰਾਖਸ਼ ਆ? ਮੈਂ ਉਹਦਾ ਰਾਖਸ਼ ਹੋ ਗਿਆ। ਮੈਂ ਜੀ ਮੇਰਾ ਖਹਿੜਾ ਕਦੋਂ ਛੁੱਟੇਗਾ? ਕਹਿੰਦਾ ਆਹ ਲੈ ਸ਼ੀਸ਼ਾ, ਜਦੋਂ ਇਹਦੇ ਵਿੱਚ ਤੈਨੂੰ ਬੰਦਾ ਦਿਸੇਗਾ ਨਾ, ਬਸ ਉਹ ਗੁਰੂ ਨਾਨਕ ਦੇਵ ਜੀ ਹੋਣਗੇ, ਉਹੀ ਤੇਰਾ ਖਹਿੜਾ ਛੁਡਾਉਣਗੇ। ਕਹਿੰਦੇ ਜੀ ਹੁਣ ਮੇਰਾ ਕਲਿਆਣ ਕਰੋ। ਫਿਰ ਗੁਰੂ ਮਹਾਰਾਜ ਨੂੰ ਇਸ ਪਾਸਿਓਂ ਹਟਾ ਕੇ ਫਿਰ ਦੂਜੇ ਪਾਸੇ ਲਾਇਆ ਸੀ। ਮੇਰੇ ਕਹਿਣ ਦਾ ਮਤਲਬ ਹੈ ਕਿ ਚਾਹੇ ਗੁਰੂ ਜੀ ਕਿਸੇ ਕੋਲੇ ਗਏ, ਚਾਹੇ ਸਿੱਖ ਕਿਸੇ ਗੁਰੂ ਕੋਲੇ ਆਇਆ, ਪਹਿਲਾਂ ਗੁਰੂ ਮਹਾਰਾਜ ਜਿਹੜੇ ਅੰਦਰ ਬੁਰਾਈ ਸੀ ਉਹ ਛਡਾਈ। ਜਦੋਂ ਉਹਨੇ ਤੋਬਾ ਕਰ ਲਈ, ਛੱਡ ਲਈ, ਫਿਰ ਉਹਨੂੰ ਨਾਮ ਵਾਲੇ ਪਾਸੇ ਲਾ ਕੇ ਪੂਰਨ ਕਰਤਾ। ਸੋ ਜਿੰਨੇ ਵੀ ਭਜਨ ਬੰਦਗੀ ਕਰਨੀ ਹੈ, ਉਹਨੂੰ ਬੁਰਾਈਆਂ ਤਿਆਗਣੀਆਂ ਪੈਣਗੀਆਂ, ਤਾਂ ਭਜਨ ਬੰਦਗੀ ਨੂੰ ਫਲ ਲੱਗੇਗਾ। ਤੁਸੀਂ ਅੰਬ ਦਾ ਬੂਟਾ ਬੀਜਿਆ, ਬਹੁਤ ਵੱਡਾ ਹੋ ਗਿਆ ਹੈ, ਉਹਨੂੰ ਫਲ ਹੀ ਨਹੀਂ ਲੱਗਦਾ। ਤੁਸੀਂ ਕੋਈ ਯਾਰ ਐਵੇਂ ਅੱਧਾ ਵਿਹੜਾ ਰੁੰਡ ਲਿਆ ਹੈ, ਪੱਤੇ ਜਿਹੇ ਡਿੱਗੀ ਜਾਂਦੇ, ਫਲ ਤੇ ਲੱਗੇ ਹੀ ਕੋਈ ਨਹੀਂ, ਉਹਨੂੰ ਫਲ ਨਹੀਂ ਲੱਗਾ। ਐਵੇਂ ਹੈ ਨਾ। ਇਸ ਲਈ ਬੁਰਾਈਆਂ ਛੱਡ ਕੇ ਜਦੋਂ ਅਸੀਂ ਨਾਮ ਜਪਾਂਗੇ, ਫਿਰ ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ, ਹਾਲਤ ਬਦਲਦੀ ਜਾਏਗੀ। ਨਾਮ ਤਾਂ ਇਕੱਠਾ ਹੁੰਦਾ ਜਾਏਗਾ। ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਸੋ ਗੁਰੂ ਮਹਾਰਾਜ ਆਸਾ ਮਹਿਲਾ ਪੰਜਵਾਂ, ਕਰ ਕਿਰਪਾ ਹਰ ਪ੍ਰਗਟੀ ਆਇਆ, ਮੇਰ ਸਤਿਗੁਰ ਧਨ ਪੂਰਾ ਪਾਇਆ। ਕਹਿੰਦੇ ਗੁਰੂ ਨੂੰ ਮਿਲਿਆ ਜਦੋਂ ਮੈਂ, ਫਿਰ ਪਰਮਾਤਮਾ ਨੇ ਕਿਰਪਾ ਕੀਤੀ, ਉਹ ਪ੍ਰਗਟ ਹੋ ਗਿਆ। ਜਦੋਂ ਪ੍ਰਗਟ ਹੋ ਗਿਆ, ਧਨ ਪੂਰਾ ਪਾਇਆ। ਇਹ ਨਾਮ ਧਨ, ਪੂਰਾ ਨਾਮ ਧਨ ਮੈਨੂੰ ਪ੍ਰਾਪਤ ਹੋ ਗਿਆ। ਗੁਰੂ ਮਹਾਰਾਜ ਨਾਲ ਮੇਲ ਹੋਇਆ, ਉਹਨਾਂ ਮੈਨੂੰ ਗੁਰਮੰਤਰ ਦਿੱਤਾ, ਮੈਂ ਜਾਪ ਕੀਤਾ, ਪਰਮਾਤਮਾ ਨੇ ਕਿਰਪਾ ਕੀਤੀ, ਪਰਮਾਤਮਾ ਪ੍ਰਗਟ ਹੋ ਗਿਆ। ਪੂਰੇ ਗੁਰੂ ਤੋਂ ਨਾਮ ਧਨ ਪ੍ਰਾਪਤ ਹੋਇਆ। ਉਹ ਨਾਮ ਧਨ ਦੀ ਬਰਕਤ ਕਾਰਨ ਪਰਮਾਤਮਾ ਪ੍ਰਗਟ ਹੋਇਆ। ਐਸਾ ਹਰ ਤਨ ਸੰਚੀਐ ਭਾਈ। ਸੰਚੀ ਆਂਦਾ ਇਕੱਠਾ ਕਰੋ ਭਾਈ, ਹਰੀ ਦਾ ਨਾਮ ਧਨ ਇਕੱਠਾ ਕਰੋ। ਪਾ ਨਾ ਜਲ ਹੈ, ਇਹਨੂੰ ਭਾਹੇ ਨਹੀਂ ਪੜਨਾ, ਇਹ ਨਾਉਨ ਹੈ।
ਸਿਹਾਰੀ ਜਿਹੜੀ ਹੈ ਉਹ ਆਮ ਤੌਰ 'ਤੇ ਕਿਰਿਆ ਦੇ ਨਾਲ ਬੋਲਦੀ ਹੈ। ਔਂਕੜ ਦੇ ਸਿਹਾਰੀ ਜਿੰਨੀਆਂ ਕਿਰਿਆਵਾਂ ਨੇ ਉਹਨਾਂ ਨਾਲ ਬੋਲਦੀ। ਇਹ ਹੈਗੇ ਭਾਵ ਬਣੇ ਅੱਗ, ਅੱਗ ਹੈ ਨਾਉਨ, ਨਾਉਨ ਦੇ ਨਾਲ ਸਿਹਾਰੀ ਨਹੀਂ ਬੋਲਿਆ ਕਰਦੇ। ਪਾ ਨਾ ਜਲ ਹੈ, ਜਲ ਨਹੀਂ ਡੂਬੈ, ਜਿਵੇਂ ਜਲ ਨਾਉਨ ਹੈ, ਲੱਲਣ ਸਿਹਾਰੀ ਨਹੀਂ ਬੋਲਦੇ। ਸੰਗ ਛੋੜ ਕਰ ਕਤੋਂ ਨਾ ਜਾਏ, ਕਤੋਂ ਆਹੇ ਤੇ ਟਿੱਪੀ ਕਿਤੇ ਵੀ। ਕਹਿੰਦੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰੋ। ਇਹ ਜਿਹੜਾ ਨਾਮ ਧਨ ਹੈ ਨਾ, ਪਾ ਨਾ ਜਲ ਹੈ, ਇਹਨੂੰ ਅੱਗ ਸਾੜ ਨਹੀਂ ਸਕਦੀ। ਜਲ ਨਹੀਂ ਡੂਬੈ, ਪਾਣੀ ਨੂੰ ਡੁਬੋ ਨਹੀਂ ਸਕਦਾ। ਸੰਗ ਛੋੜ ਕਰ ਕਤੋਂ ਨਾ ਜਾਏ, ਅਤੇ ਨਾਮ ਧਨ ਨਹੀਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਏਗਾ। ਨਾਮ ਧਨ ਇੱਕ ਐਸਾ ਧਨ ਹੈ ਜਿਹਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਰੋੜ ਨਹੀਂ ਸਕਦਾ, ਚੋਰ ਚੁਰਾ ਨਹੀਂ ਸਕਦਾ, ਅਤੇ ਇਹ ਨਾਮ ਧਨ ਤੁਹਾਨੂੰ ਛੱਡ ਕੇ ਵੀ ਨਹੀਂ ਜਾਏਗਾ। ਇਸ ਲਈ ਕਹਿੰਦਾ ਇਹੋ ਜਿਹਾ ਨਾਮ ਧਨ ਇਕੱਠਾ ਕਰੋ। ਫਿਰ ਕੀ ਹੋਏਗਾ ਹੋਰ? ਤੋਟ ਨਾ ਆਵੇ, ਨਿਖੁੱਟ ਨਾ ਜਾਏ। ਤੋਟ ਬਣੇ ਕਮੀ। ਇਹ ਨਾਮ ਧਨ ਦੀ ਕਦੇ ਕਮੀ ਨਹੀਂ ਹੋਏਗੀ। ਦੂਜਾ ਸੰਸਾਰਕ ਧਨ ਹੈ, ਆਪਾਂ ਨੂੰ ਖਰਚੀਏ ਘਟ ਜਾਏਗਾ, ਵੰਡੀਏ ਘਟ ਜਾਏਗਾ, ਉਹਨੂੰ ਕੋਈ ਚੋਰ ਲਟੇਰਾ ਵੀ ਲੁੱਟ ਸਕਦਾ ਹੈ, ਖੋ ਸਕਦਾ ਸਾਡੇ ਤੋਂ। ਨਾਮ ਧਨ ਕਹਿੰਦੇ ਕੀ ਹੁੰਦਾ? ਤੋਟ ਨਾ ਆਵੇ। ਨਾਮ ਧਨ 'ਚ ਕਮੀ ਨਹੀਂ ਆਉਂਦੀ। ਨਿਖੁੱਟ ਨਾ, ਨਿਖੁੱਟ ਦਾ ਮੁੱਕਣਾ, ਇਹ ਮੁੱਕਦਾ ਨਹੀਂ ਹੈ। ਨਾਮ ਧਨ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਧੋ ਜਾਏ। ਨਾਮ ਧਨ ਤਾਂ ਵਧੀ ਹੀ ਜਾਣਾ ਹੁੰਦਾ। ਤੋਟ ਨਾ ਆਵੇ, ਨਿਖੁੱਟ ਨਾ ਜਾਏ, ਇਹ 'ਚ ਕਮੀ ਨਹੀਂ ਆਉਂਦੀ, ਇਹ ਮੁੱਕਦਾ ਨਹੀਂ ਹੈ। ਖਾਏ ਖਰਚ ਮਨ ਰਿਹਾ ਅਗਾਏ, ਅਗਾਏ ਦਾ ਰੱਜ ਜਾਣਾ। ਇਹਨੂੰ ਖਾਈ ਜੋ ਖਰਚੀ ਜੋ ਤਾਂ ਵੀ ਮਨ ਰੱਜਿਆ ਰਹਿੰਦਾ। ਕਾਹਦੇ ਵੱਲੋਂ ਰੱਜਿਆ ਰਹਿੰਦਾ? ਰੋਟੀਆਂ ਵੱਲੋਂ ਨਹੀਂ, ਮਾਇਆ ਵੱਲੋਂ। ਸਭ ਤੋਂ ਵੱਡੀ ਭੁੱਖ ਜਿਹੜੀ ਹੈ ਸੰਸਾਰ 'ਚ, ਉਹ ਮਾਇਆ ਦੀ ਭੁੱਖ ਗਿਣੀ ਗਈ ਹੈ। ਸਭ ਤੋਂ ਵੱਡੀ ਭੁੱਖ ਮਾਇਆ ਦੀ ਹੈ। ਕਿਉਂ? ਮਾਇਆ ਤੋਂ ਬਿਨਾਂ ਕੁਛ ਆਉਂਦਾ ਹੀ ਨਹੀਂ ਹੈ। ਕੋਈ ਸਮਾਂ ਸੀ ਹਵਾ ਪਾਣੀ ਮੁਫਤ ਮਿਲਦੇ ਸਨ। ਹਵਾ ਤਾਂ ਸ਼ੁਕਰ ਹੈ ਜੇ ਮੁਫਤ ਮਿਲਦੇ, ਪਾਣੀ ਨਹੀਂ ਹੁਣ ਮੁਫਤ ਮਿਲਦਾ, ਇਹ ਹੁਣ ਮੁੱਲ ਮਿਲਦਾ। 15-20 ਰੁਪਏ ਦੀ ਬੋਤਲ ਆਉਂਦੀ 1 ਲੀਟਰ ਦੀ। ਬਾਹਰ ਲੇਬਲ ਹੀ ਲਾਉਣਾ, ਭਾਵੇਂ ਐਰੋ ਦਾ ਪਾਣੀ ਭਰ ਲਓ, ਸੀ ਕਿਹੜੀ ਗੱਲ ਹੈ। ਬਿਸਲੇਰੀ ਜੀ ਫਲਾਣੀ ਜੀ, ਹਾਂ ਲੇਬਲ ਆ ਜੋ ਵਰਜੀ, ਆਪਾਂ ਕੀ ਪਤਾ ਇਹ 'ਚ ਕਿਹੜਾ ਪਾਣੀ ਹੈ। ਸੋ ਇਸ ਲਈ ਕਹਿੰਦੇ ਬੰਦਾ ਫਿਰ ਮਾਇਆ ਵੱਲੋਂ ਰੱਜਿਆ ਰਹਿੰਦਾ ਹੈ। ਵੈਸੇ ਨਾਮ ਜਪਣ ਕੋਲ ਮਾਇਆ ਦੀ ਕਮੀ ਹੀ ਨਹੀਂ ਰਹਿੰਦੀ। ਭਗਤ ਰਵਿਦਾਸ ਜੀ ਰੱਬ ਦੇ ਰਿਹਾ ਮਾਇਆ। ਹੁਣ ਪਹਿਲਾਂ ਤਾਂ ਰੱਬ ਆਇਆ ਵੀ ਆ ਲੈ ਭਰਾਵਾ, ਆ ਪੱਥਰ ਲੈ, ਪਾਰਸ ਆ ਕਰ ਲੈ ਲੋਹਾ, ਤੂੰ ਸੋਨਾ ਬਣਾ ਲੈ। ਕਿੱਥੇ ਐਵੇਂ ਗਰੀਬੀ 'ਚ ਰਹਿਣਾ? ਭਗਤ ਗਰੀਬ ਚੰਗਾ ਨਹੀਂ ਲੱਗਦਾ। ਲੋਕ ਕਹਿਣਗੇ ਭਜਨ ਬੰਦਗੀ ਕਰਨਾ ਆਪ ਹੀ ਗਰੀਬ ਨੇ, ਸਾਨੂੰ ਕਿੱਥੇ ਵੀਰ ਕਰਨਗੇ। ਪ੍ਰਭਾਵ ਨਹੀਂ ਠੀਕ ਪੈਂਦਾ। ਸਾਧੂ ਦੇ ਰੂਪ 'ਚ ਆ ਕੇ ਭਗਤ ਜੀ ਨੂੰ ਕਿਹਾ, ਭਗਤ ਰਵਿਦਾਸ ਨੂੰ, ਉਹ ਨਹੀਂ ਮੰਨੇ। ਫਿਰ ਪਰਮਾਤਮਾ ਨੇ ਉਹਨਾਂ ਦੀ ਬੋਰੀ ਹੇਠਾਂ ਰੋਜ਼ 5 ਮੋਹਰਾਂ ਰੱਖਣੀਆਂ ਸ਼ੁਰੂ ਕਰਤੀਆਂ, ਉਹ ਤਾਂ ਵੀ ਨਹੀਂ ਮੰਨੇ। ਪਰਮਾਤਮਾ ਨਹੀਂ ਸੀ ਚਾਹੁੰਦਾ ਮੇਰਾ ਭਗਤ ਗਰੀਬ ਲੋਕਾਂ ਨੂੰ ਵਿਖਾਈ ਦੇਵੇ, ਇਸ ਲਈ ਪਰਮਾਤਮਾ ਨੇ ਆਕਾਸ਼ਬਾਣੀ ਕੀਤੀ। ਕਹਿੰਦੇ ਭਗਤ ਜੀ ਇਹ ਜਿਹੜੇ ਮੋਹਰਾਂ ਨੇ, ਧਰਮਸ਼ਾਲਾ ਬਣਾਓ, ਲੰਗਰ ਲਾਓ, ਸਵੇਰੇ ਸ਼ਾਮ ਜੇ ਸਤਸੰਗ ਕਰੋ, ਇਹਨੂੰ ਖਰਚੋ। ਅਤੇ ਫਿਰ ਉਹਨੇ ਵਰਤਣਾ ਸ਼ੁਰੂ ਕੀਤਾ। ਸੋ ਇੱਕ ਸਮਾਂ ਜਦੋਂ ਨਾਮ ਦੀ ਉੱਚੀ ਅਵਸਥਾ ਹੋ ਜਾਂਦੀ ਨਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਪਰ ਇਸ ਗੱਲ 'ਤੇ ਵਿਸ਼ਵਾਸ ਹੋਣਾ ਬੜਾ ਮੁਸ਼ਕਿਲ ਹੈ। ਵਿਸ਼ਵਾਸ ਆਵੇ ਤਾਂ ਬੰਦਾ ਯਤਨ ਕਰੇ ਵੀ ਆਪਾਂ ਵੀ ਨਾਮ ਜਪ ਜਪ ਕੇ ਅਮੀਰ ਹੋ ਜਾਓ। ਨਾਮ ਆਪਾਂ ਵੀ ਅਮੀਰ ਹੋ ਜਾਓ। ਕਹਿੰਦੇ ਰੱਬ ਜੋ ਦਿੰਦਾ ਛੱਪਰ ਪਾੜ ਕੇ ਦਿੰਦਾ। ਦਾਤੇ ਦੇ ਰੰਗਾਂ ਇਹ ਨਹੀਂ ਕਿ ਉਹਨੇ ਉੱਤੇ ਕੋਈ ਬੋਰਾ ਸੁੱਟ ਦੇਣਾ ਨੋਟਾਂ ਦਾ, ਰੁਪਇਆਂ ਦਾ, ਵੀ ਛੱਪਰ 'ਤੇ ਡਿੱਗਿਆ, ਛੱਪਰ ਪਾਟ ਗਿਆ।
ਰੱਬ ਦਾ ਕੋਈ ਤੁਹਾਨੂੰ ਕਿਸ ਤਰੀਕੇ ਨਾਲ ਅਮੀਰ ਕਰ ਦੇ। ਤੁਸੀਂ ਭਜਨ ਬੰਦਗੀ ਕਰਦੇ ਹੋ, ਉਹਨੇ ਤੁਹਾਨੂੰ ਅਮੀਰ ਕਰਨਾ ਹੀ ਕਰਨਾ ਹੈ। ਅਤੇ ਅਮੀਰ ਕੌਣ ਨਹੀਂ ਹੋਣਾ ਚਾਹੁੰਦਾ? ਹਰ ਬੰਦਾ ਅਮੀਰ ਹੋਣਾ ਚਾਹੁੰਦਾ ਹੈ। ਉਹ ਭਾਵੇਂ ਅਮੀਰ ਹੈ, ਹੋਰ ਅਮੀਰ ਹੋਣਾ ਚਾਹੁੰਦਾ। ਭਾਵੇਂ ਅਮੀਰ ਹੀ ਹੋਵੇ, ਉਹ ਹੋਰ ਅਮੀਰ ਹੋਣਾ ਚਾਹੁੰਦਾ ਹੈ। ਨਾਮ ਜਪੀ ਜਾਓ, ਪਰਮਾਤਮਾ ਜਿਹੜੀ ਤੁਹਾਡੀ ਕਿਰਤ ਹੈ ਨਾ, ਉਹ 'ਚ ਬਰਕਤ ਸ਼ੁਰੂ ਕਰ ਦੇਗਾ, ਬਰਕਤ ਪਾਉਣੀ ਸ਼ੁਰੂ ਕਰ ਦੇਗਾ। ਸੋ ਇਸ ਲਈ ਜਿੱਥੇ ਅਸੀਂ ਆਪਣੀ ਕਿਰਤ ਕਰਨੀ ਆ, ਅਤੇ ਨਾਲ ਨਾਮ ਜਪਣਾ, ਬਾਣੀ ਪੜ੍ਹਨੀ। ਸੋ ਸੱਚ ਸ਼ਾਹ ਜਿਸ ਘਰ ਹਰ ਧਨ ਸੰਚਾਣਾ। ਸੰਚਾਣਾ ਹੁੰਦਾ ਇਕੱਠਾ ਹੋਣਾ। ਅਸਲ 'ਚ ਉਹ ਸ਼ਾਹੂਕਾਰ ਹੈ ਜਿਸ ਦੇ ਘਰ ਵਿੱਚ ਹਰੀ ਧਨ ਹੈ, ਨਾਮ ਧਨ ਇਕੱਠਾ ਹੋਇਆ ਹੈ। ਅਸਲ ਉਹ ਸ਼ਾਹੂਕਾਰ ਹੈ। ਇਸ ਧਨ 'ਤੇ ਸਭ ਜਗ ਵਰਸਾਨਾ। ਵਰਸਾਨਾ ਹੁੰਦਾ ਲਾਭ ਪ੍ਰਾਪਤ ਕਰਨਾ। ਇਹ ਨਾਮ ਧਨ ਤੋਂ ਸਾਰੇ ਲੋਕ ਫਿਰ ਲਾਭ ਪ੍ਰਾਪਤ ਕਰਦੇ। ਕਿਉਂ? ਉਹ ਨਾਮ ਧਨ ਅੱਗੇ ਵੰਡਦਾ ਹੈ। ਉਹਦੇ ਕੋਲ ਨਾਮ ਜਪ ਜਪ ਕੇ ਨਾਮ ਧਨ ਹੋ ਗਿਆ ਹੈ। ਉਹ ਦੂਜਿਆਂ ਨੂੰ ਕਹਿੰਦਾ, ਭਾਈ ਤੁਸੀਂ ਨਾਮ ਜਪੋ, ਤੁਸੀਂ ਵੀ ਅਮੀਰ ਹੋ ਜਾਓਗੇ। ਇਸ ਲਈ ਉਸ ਤੋਂ ਫਿਰ ਦੂਜੇ ਵੀ ਲਾਭ ਉਠਾਉਂਦੇ ਹਨ। ਪਰ ਕਹਿੰਦੇ ਇਹ ਨਾਮ ਧਨ ਮਿਲੂ ਕਿਸ ਨੂੰ? ਤਿੰਨ ਹਰ ਧਨ ਪਾਇਆ। ਤਿੰਨ ਨੰਨੇ ਨੂੰ ਸਿਆਰੀ ਹੈ, ਇੱਕ ਵਚਨ ਬਣਾਇਆ ਉਸ ਨੇ। ਤਿੰਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣ। ਇਹ ਨਾਮ ਧਨ ਵੀ ਉਹਨੂੰ ਪ੍ਰਾਪਤ ਹੋਇਆ ਜਿਹੜਾ ਪਹਿਲੇ ਹੀ ਲਿਖਾ ਕੇ ਲਿਆਇਆ ਸੀ ਵੀ ਤੈਨੂੰ ਮਿਲੂਗਾ। ਉਹਨੂੰ ਮਿਲਦਾ ਪੁਰਬ ਲਿਖੇ ਕਾ ਲੈਣ। ਪਹਿਲਾਂ ਸਾਡੇ ਜਨਮ ਤੋਂ ਲੈਣ ਤੋਂ ਪਹਿਲਾਂ ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਪਰਮਾਤਮਾ ਬੱਚੇ ਦੀ ਕਿਸਮਤ ਉਦੋਂ ਹੀ ਲਿਖ ਦਿੰਦਾ ਹੈ। ਉਹ ਉਦੋਂ ਹੀ ਲਿਖ ਦਿੰਦਾ ਉਹਦੀ ਕਿਸਮਤ ਕਿ ਇਹ ਗਰਭ ਦੇ ਵਿੱਚ ਹੀ ਮਰੇਗਾ, ਬਸ ਮਰ ਜਾਏਗਾ। ਫਿਰ ਕਿ ਬਾਹਰ ਆਉਂਦੇ ਸਾਰ ਮਰੇਗਾ, ਉਹ ਆਉਂਦੇ ਸਾਰ ਹੀ ਮਰ ਜਾਏਗਾ। ਕਿ 7 ਦਿਨਾਂ ਬਾਅਦ ਮਰੇਗਾ, ਜੰਮਦੇ ਉਹ ਬਿਮਾਰ ਹੋ ਜਾਏਗਾ, 500 ਦਿਨ ਮਰ ਜਾਏਗਾ। ਕਿ ਇਹ 100 ਸਾਲ ਜਮੇਗਾ ਬਸ। ਦੁੱਖ ਭੋਗੇਗਾ, ਸੁੱਖ ਭੋਗੇਗਾ, ਅਮੀਰ ਹੋਏਗਾ, ਗਰੀਬ ਹੋਏਗਾ, ਪੜ੍ਹੇਗਾ, ਅਨਪੜ੍ਹ ਰਹੇਗਾ, ਅਫਸਰ ਬਣੇਗਾ, ਮਤਾਇਤ ਹੋਏਗਾ, ਦੇਸ਼ 'ਚ ਰਹੇਗਾ, ਪਰਦੇਸ ਜਾਏਗਾ। ਉਹ ਪਹਿਲੇ ਲਿਖਿਆ ਹੋਇਆ ਹੈ। ਕਹਿੰਦੇ ਇਸ ਲਈ ਨਾਮ ਧਨ ਵੀ ਉਹਨੂੰ ਪ੍ਰਾਪਤ ਜਿਹੜਾ ਪਹਿਲੇ ਹੀ ਲਿਖਾ ਕੇ ਲਿਆ ਹੋਇਆ। ਪਹਿਲਾਂ ਕਹੀ ਗਏ, ਕਈ ਨਾਮ ਜਪਿਆ ਕਰੋ, ਜਪਿਆ ਕਰੋ, ਜਪਿਆ ਕਰੋ। ਅਖੀਰ 'ਤੇ ਕਹਿੰਦੇ ਉਹੀ ਜਪੂ ਜਿਹੜਾ ਲਿਖਾ ਕੇ ਲਿਆ। ਹੁਣ ਸਵਾਲ ਪੈਦਾ ਹੁੰਦਾ ਵੀ ਉਹੀ ਜਪੂ ਜਿਹੜਾ ਲਿਖਾ ਕੇ ਲਿਆ, ਫਿਰ ਕਹਿਣ ਦਾ ਕੀ ਫਾਇਦਾ? ਠੀਕ ਹੈ, ਕਹਿਣ ਵਾਲੇ ਨੂੰ ਨਹੀਂ ਪਤਾ ਇਹ ਲਿਖਾ ਕੇ ਲੈ ਸਾਹਮਣੇ ਬੈਠਾ ਕਿ ਨਹੀਂ ਲਿਖਾ। ਉਹ ਆਪਣੀ ਡਿਊਟੀ ਸਮਝਦਾ, ਮੇਰਾ ਫਰਜ਼ ਬਣਦਾ ਹੈ ਬਈ ਗੁਰੂ ਮਹਾਰਾਜ ਨੇ ਮੈਨੂੰ ਕਿਹਾ ਆਪ ਜਪੈ ਅਵਰੈ ਨਾਮ ਜਪਾਵੇ। ਬਈ ਮੈਂ ਦੂਜਿਆਂ ਨੂੰ ਨਾਮ ਜਪਾਉਣਾ ਹੈ। ਜਿਹਦੇ ਭਾਗਾਂ 'ਚ ਹੋਏਗਾ ਲਿਖਾ ਕੇ ਲੈ, ਉਹ ਤੁਹਾਡੀ ਗੱਲ ਮੰਨ ਲਏਗਾ, ਦੂਜਾ ਨਹੀਂ ਮੰਨੇਗਾ। ਉਹੀ ਮੰਨੇਗਾ ਜਿਹੜਾ ਲਿਖਾ ਕੇ ਲੈ, ਦੂਜਾ ਨਹੀਂ ਮੰਨੇਗਾ। ਕਹਿਣਾ ਸਾਡਾ ਫਰਜ਼ ਹੈ। ਚੰਗੇ ਕੰਮ ਲਈ ਦੂਜਿਆਂ ਨੂੰ ਕਹਿਣਾ ਫਰਜ਼ ਬਣਦਾ ਹੈ। ਨਾਰਾਜ਼ ਨਹੀਂ ਹੋਣਾ, ਸਹਿ ਸੁਭਾਅ ਪਿਆਰ ਨਾਲ ਕਹਿਣਾ, ਭਾਈ ਸਤਸੰਗ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਅਸੀਂ ਉਹਨੂੰ ਪਿਆਰ ਨਾਲ ਕਹਿਣਾ। ਜੇ ਉਹਦੇ ਭਾਗਾਂ 'ਚ ਲਿਖਿਆ ਹੋਏਗਾ, ਉਹ ਤੁਹਾਡੀ ਗੱਲ ਮੰਨ ਜਾਏਗਾ। ਦੇਖੋ ਛੋਟੇ ਛੋਟੇ ਬੱਚੇ ਪਹਿਲੇ ਹੀ ਦੂਜੀ 'ਚ ਪੜ੍ਹਦੇ ਨੇ। ਇੱਕ ਬੱਚਾ ਦੂਜੀ 'ਚ ਹੁਣੇ ਹੀ ਚੜ੍ਹਿਆ, ਫਿਰ ਇੱਕ ਜਮਾਤ ਹੀ ਪਾਸ ਹੋਇਆ ਨਾ, ਹੁਣ ਚੜ੍ਹਿਆ ਹੀ ਹੈ, ਬਾਣੀ ਪੜ੍ਹ ਰਿਹਾ ਵਧੀਆ। ਫਿਰ ਲਿਖਾ ਕੇ ਲਿਆ ਨਾ ਅਗਲਾ। ਲਿਖਾ ਕੇ ਲਿਆ ਸੀ, ਚਾਹੇ ਮਾਂ ਪਿਓ ਨੇ ਪ੍ਰੇਰਨਾ ਦਿੱਤੀ, ਚਾਹੇ ਕਿਸੇ ਸਾਥੀ ਨੇ ਦਿੱਤੀ, ਚਾਹੇ ਉਹਦੇ ਅੰਦਰੋਂ ਪ੍ਰੇਰਨਾ ਹੋਈ, ਉਹਨੇ ਪੜ੍ਹਿਆ, ਉਹ ਆ ਗਿਆ ਹੈ ਬਸ। ਮਾਂ ਪਿਓ ਕਹਿੰਦੇ ਨੇ ਭਾਈ ਤੂੰ ਬਾਣੀ ਪੜ੍ਹਿਆ, ਨਾਮ, ਉਹੀ ਬੱਚਾ ਮੰਨੂਗਾ ਜਿਹੜਾ ਲਿਖਾ ਕੇ ਲਿਆ, ਦੂਜਾ ਨਹੀਂ ਮੰਨੇਗਾ। ਉਹ ਆਨੇ ਬਹਾਨੇ ਜੇ ਬਣਾਈ ਜਾਏਗਾ, ਅੱਜ ਕਰਦਾ, ਕੱਲ੍ਹ ਨੂੰ ਕਰਦਾ, ਪਰਸੋਂ ਨੂੰ ਕਰਦਾ, ਚੌਥੇ ਨੂੰ ਕਰਦਾ, ਐਂ ਕਰੀ ਜਾਏਗਾ ਉਹਦੇ ਪੱਗਾਂ। ਇਸ ਲਈ ਕਹਿੰਦੇ ਤਿੰਨ ਹਰ ਤਨ ਪਾਇਆ ਜਿਸ ਪੁਰਬ ਲਿਖੇ ਕਾ ਲੈਣ। ਜਿਹੜਾ
ਪਹਿਲਾਂ ਹੀ ਲਿਖਾ ਕੇ ਲੈ ਨਾ ਉਹਨੂੰ ਹਰੀ ਧਨ ਪ੍ਰਾਪਤ ਹੋਵੇਗਾ। ਜਨ ਨਾਨਕ ਅੰਤਵਾਰ ਨਾਮ ਗਹਿਣਾ, ਅੰਤਰੇ ਸਮੇਂ ਪਰਮਾਤਮਾ ਦਾ ਨਾਮ ਮਨੁੱਖ ਦਾ ਗਹਿਣਾ ਹੁੰਦਾ ਹੈ। ਗਹਿਣੇ ਆਮ ਤੌਰ 'ਤੇ ਕਿਉਂ ਰੱਖੇ ਜਾਂਦੇ ਨੇ? ਹੁਣ ਬੈਂਕਾਂ ਵਾਲੇ ਵੀ ਕਹਿੰਦੇ ਨੇ ਸਾਡੇ ਕੋਲੇ ਗਹਿਣੇ ਰੱਖੋ, ਅਸੀਂ ਤੁਹਾਨੂੰ ਲੋਨ ਦਿੰਦੇ ਹਾਂ ਔਰ ਸਸਤੇ ਪਾ ਦਿੰਦੇ, 7% ਤੇ ਤੁਹਾਨੂੰ ਵਿਆਜ ਪੈਸੇ ਦਿੰਦੇ, ਸਾਡੇ ਕੋਲ ਗਹਿਣੇ ਰੱਖ ਜਾਓ। ਸਾਡੇ ਦੇਸ਼ ਨੇ ਦੂਜੇ ਦੇਸ਼ ਤੋਂ ਕਰਜ਼ਾ ਲੈਣਾ, ਉਹ ਸੋਨੇ ਦੇ ਬਦਲੇ ਮਿਲਦਾ ਹੈ। ਵੀ ਤੁਹਾਡੇ ਕੋਲ ਕਿੰਨਾ ਸੋਨਾ ਵਿਖਾਓ ਜੀ। ਤੁਸੀਂ ਕਹਿਣਾ ਜੀ ਮੈਂ ਸੈਰ ਕਰਨ ਜਾਣਾ ਅਮਰੀਕਾ, ਉਹ ਕਹਿੰਦੇ ਦਿਖਾਓ ਬੈਂਕ 'ਚ ਤੁਹਾਡੇ ਕਿੰਨੇ ਲੱਖ ਜਮ੍ਹਾਂ। ਭੁੱਖਾ ਨੰਗਾ ਇੱਥੇ ਆ ਕੇ ਕਿਵੇਂ ਸੈਰ ਕਰੇਗਾ? ਉਹਦੇ ਕੋਲ ਲੱਖਾਂ ਰੁਪਈਏ ਹੋਣੇ ਚਾਹੀਦੇ, ਵਿਖਾਓ ਤਾਂ ਤੁਹਾਡਾ ਵੀਜ਼ਾ ਲਾਵਾਂਗੇ। ਦੂਜੇ ਦੇਸ਼ ਵੀ ਕਹਿੰਦੇ ਤੁਹਾਨੂੰ ਤਾਂ ਕਰਜ਼ਾ ਦੇਣ, ਦੱਸੋ ਤੁਹਾਡੇ ਕੋਲ ਕਿੰਨਾ ਸੋਨਾ ਹੈ। ਇਸ ਲਈ ਪਰਮਾਤਮਾ ਦਾ ਨਾਮ ਆਪਣੇ ਆਪ 'ਚ ਗਹਿਣਾ ਹੈ, ਇਹ ਤੋਂ ਵੱਡਾ ਹੋਰ ਕੋਈ ਗਹਿਣਾ ਨਹੀਂ। ਤਾਂ ਹੀ ਦਸਮ ਪਾਤਸ਼ਾਹ ਨੇ ਕਿਹਾ ਸੀ ਜਿਹੜਾ ਨਾਮ ਜਪਦਾ ਉਹਨੂੰ ਸੰਸਾਰ ਗਹਿਣੇ ਪਾਉਣ ਦੀ ਲੋੜ ਨਹੀਂ, ਕੋਈ ਲੋੜ ਨਹੀਂ ਉਹਨੂੰ। ਪਰਮਾਤਮਾ ਦਾ ਨਾਮ ਹੀ ਉਸ ਦਾ ਗਹਿਣਾ ਹੈ। ਸੋ ਇਸ ਲਈ ਭਾਈ ਜਿੰਨਾ ਵੀ ਹੋ ਸਕੇ, ਦੇਖੋ ਆਪਾਂ ਇੱਕ ਤਾਂ ਪਹਿਲੀ ਗੱਲ ਗ੍ਰਸਤੀ ਹਾਂ। ਗ੍ਰਸਤੀ ਬੰਦੇ ਨੂੰ ਕੋਈ ਨਾ ਕੋਈ ਚਿੰਤਾ ਮੈਂ ਦੇਖਿਆ ਲੱਗੀ ਰਹਿੰਦੀ ਹੈ। 17 ਸਾਲਾਂ ਤੋਂ ਮੈਂ ਦੇਖ ਰਿਹਾ, 80 ਸਾਲ ਦਾ ਮੇਰਾ ਆਪਣਾ ਵੀ ਤਜਰਬਾ ਹੋ ਗਿਆ ਵੀ ਗ੍ਰਸਤੀ ਬੰਦਾ ਨੂੰ ਕੋਈ ਨਾ ਕੋਈ ਚਿੰਤਾ ਰਹਿੰਦੀ ਹੈ। ਇੱਕ ਤਾਂ ਉਹਦੇ 'ਚ ਵੇਲ ਘੱਟ ਮਿਲਦੀ ਹੈ, ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਜੋ ਬੱਚੇ ਵੱਡੇ ਹੁੰਦੇ ਨੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਅੱਜ ਜਿਹੜਾ ਹਾਲਾਤ ਚੱਲ ਰਹੇ ਨੇ, ਜਿੰਨਾ ਚਿਰ ਬੱਚਾ ਕੁਆਰਾ ਹੈ ਤੁਸੀਂ ਸੁਖੀ ਹੋ, ਜਿੱਦਾਂ ਦਿਨ ਤੁਹਾਡੇ ਬੱਚੇ ਵਿਆਹ ਗਏ ਨਾ, ਇੱਕ ਅੱਧੇ ਦਾ ਵੇੜ ਹੀ ਜਾਣੀ ਹੈ, ਤੁਹਾਡੇ ਲਈ ਸਿਆਪਾ ਖੜਾ। ਪੀਸ ਆਫ ਮਾਈਂਡ ਖਰਾਬ ਹੋ ਗਿਆ, ਭਜਨ ਬੰਦਗੀ ਕੀ ਕਰੋਗੇ? ਵਾਰੀ ਮਨ 'ਚ ਵਾਹਿਗੁਰੂ ਵਾਹਿਗੁਰੂ ਕਰੋਗੇ, ਉਹੀ ਆਈ ਜਾਊਗਾ। ਇਹ ਪਤਾ ਨਹੀਂ ਯਾਰ ਕਦੋਂ ਖਹਿੜਾ ਛੁੱਟੂ। ਕੁੜੀ ਤੇ ਕਹਿੰਦੇ ਮੈਂ ਤਾਂ ਨਾ ਦੁਬਾਰਾ ਵਿਆਹ ਕਰਾਵਾਂ ਨਾ ਤੈਨੂੰ ਕਰਾਉਣ ਦੇਵਾਂ। ਬੰਦਾ ਕਰੇ ਤਾਂ ਕਰੇਗੀ ਕਿ ਨਹੀਂ ਲੈਣਾ ਮੈਂ ਤਲਾਕ। ਬੰਦੇ ਦੀ ਮੰਨੀ ਨਹੀਂ ਜਾਂਦੀ, ਉਹਦੀ ਮੰਨੀ, ਉਹ ਕਿ ਮੈਂ ਨਹੀਂ ਲੈਂਦੀ ਤਲਾਕ। ਖਰਚਾ ਬਣਵਾ ਲੈਂਦੀ, ਚਲ ਉਹਦੇ ਤਾਂ ਕੰਮ ਚੱਲੀ ਗਿਆ। ਤੁਹਾਡੀ ਆਮਦਨ ਘੱਟ ਗਈ, ਉਹ ਕਹਿੰਦੀ ਮੈਂ ਤਾਂ ਵਿਆਹ ਕਰਾਉਣੀ, ਤੈਨੂੰ ਵੀ ਕਰਾਉਣ ਨਹੀਂ ਦੇਣਾ। ਇਹਦਾ ਫਿਰ ਭਜਨ ਬੰਦਗੀ ਕਰਨੀ ਬੜੀ ਔਖੀ ਹੋ ਜਾਂਦੀ ਹੈ। ਇਹ ਤਾਂ ਪਰਮਾਤਮਾ ਹੀ ਕਿਰਪਾ ਕਰੇ, ਇਹਨਾਂ ਗੱਲਾਂ ਤੋਂ ਸਾਨੂੰ ਸੁਰੱਖਿਅਤ ਰੱਖੇ, ਸਾਨੂੰ ਵੇਹਲ ਮਿਲੇ, ਫਿਰ ਅਸੀਂ ਪਰਮਾਤਮਾ ਨਾਮ ਜਪੀਏ। ਅਤੇ ਜਿਹੜੇ ਅਜੇ ਠੀਕ ਠਾਕ ਹੋ, ਜਿਨ੍ਹਾਂ ਦੇ ਜਵਾਕ ਕੁਆਰੇ ਨੇ ਨਾ, ਉਹ ਭਜਨ ਬੰਦਗੀ ਕਰ ਲਓ। ਵਿਆਹ ਤੋਂ ਪਤਾ ਨਹੀਂ ਕੋਈ ਕਿਹੜਾ ਪੰਗਾ ਜਿਹਾ ਖੜਾ ਹੋ ਜਾਏ। ਇਸ ਲਈ ਜਿਹੜਾ ਸਮਾਂ ਮਿਲੇ ਉਸੇ ਵੇਲੇ ਨਾਮ ਜਪ ਲੈਣਾ, ਇਹ ਕੱਲ੍ਹ ਪਰਸੋਂ ਤੇ ਨਹੀਂ ਛੱਡਣਾ। ਤਾਂ ਹੀ ਕਹਿੰਦੇ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਏ ਤਾਲ ਦਾ ਜਸਟ ਲਓ, ਹੁਣੇ। ਜਿਹੜਾ ਕੱਲ੍ਹ ਨੂੰ ਕਰਨਾ ਉਹ ਅੱਜ ਕਰੋ, ਜਿਹੜਾ ਅੱਜ ਕਰਨਾ ਉਹ ਹੁਣੇ ਕਰੋ। ਇਸ ਲਈ ਜਿੰਨਾ ਵੀ ਸਮਾਂ ਮਿਲੇ ਆਪਣਾ ਭਜਨ ਬੰਦਗੀ ਕਰਕੇ ਜੀਵਨ ਲੇਖੇ ਲਾਣਾ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।